पंकज बंदन पंकज बंदन सिमरो अंगद दुख निकंदन गुरु अमरदास हृदय नित त्याऊं हृदय नित त्याऊं श्री गुरु रामदास गुण गुरु अर्जन विघ्नन के नाशक विघ्नन नाशक श्री हरि गोबिंद सुमत प्रकाशक श्री हरि राय नमो कर जोड़ी नमो कर जोड़ी श्री हरि कृष्ण मनाऊं गुरु तेग बहादुर परम कृपाल परम कृपाल श्री गुरु गोबिंद सिंह बिसान तरों तरा पर पुन पुन सीसा पुन पुन सीसा बंदों बार बार जगदीसा एकंकारा सतगुरु ते प्रसाद सतगुरु वाहिगुरु जी की फतेह है विघ्न विनाशन सोई वाहिगुरु जी की फतेह है विघ्न विनाशन सोई दोहरा अवलोक सब बल विचरु माया जोत मासा यथा विपस्त निर्भयो कीनी तन आसा वाहिगुरु जी का खालसा वाहिगुरु जी की फतेह। आओ गुरु प्यारे गुरु सवारे सत्संगी जनो रोजाना की तरह पातशाह जी की अपार किरपा बख्शिश का सदका पिछले पहरां दे दीवान सजाउंदे हुए आप जी गुरु चरनां विखे हाजरियां लवा रहे हो। लड़ीवार इतिहास की कथा विचार नाल जुड़ना करिए विचारां चल रही सी। धन धन श्री गुरु गोबिंद सिंह महाराज जी नूं सिखां ने पुछया महाराज शहीदां दी क्या गति हुंदी है, कौन शहीद हुंदे हन, उन्हां बारे सानूं दसना करो। पातशाह जी कहंदे दो तरह के शहीद है। एक वो शहीद है जिहड़ा जंग के मैदान में सन्मुख होकर लड़दा है, अपनी छाती ते शास्त्रां दे फट खांदा, मूँह ते फट खांदा, पिठ नहीं विखाउंदा भावें मर जावे, जां तां वो शहीद है। ते जां फिर बाणी ने उन्हां नूं भी शहीद कहा जिहड़े अपनी जिंदगी नूं भजन बंदगी करदे सूरमिਆਂ की तरह बतीत करते हैं, वो भी शहीद हुंदे हन। सूरा सो पहचानिए जो लड़ै दीन कै हेत, पुरजा पुरजा कट मरे कबू न छाड़ै खेत। दो खेत है, एक जंग के मैदान का एक भगती का। कबीर साहब जी कहते वो भी शहीद कहाउंदे हन ਜਿਹੜੇ भजन बंदगी करते हुए अपने धर्म ते अडोल रहंदे आ। जिवें सतियां दुनिया कहती सी सतियां फलानी बुढ़ी मर गई जी अपने घर मच के वो सती होगी, पातशाह कहते नहीं वो सती नहीं है। सतियां ये ना आखियन जिन ਜਿਹੜੀਆਂ पति दे नाल सड़के मरदियां। फिर सतियां कौन है महाराज? सतियां सही जानियन जे बिरह चोट मरन, जां तां बराग दे विच विछोड़ा ना झलदियां मरण तो पहला मर जान, ते जां फिर सेवी सतियां जानियन जे बिरह चोट मरन, ते दूजियां वो भी सतियां जड़ियां रहिंदी जिंदगी नूं
ਆਪਣੇ ਪਤੀ ਦੀ ਯਾਦ ਵਿੱਚ ਬਤੀਤ ਕਰਦੀਆਂ। ਨਿਤ ਉੱਠ ਸੰਭਾਲਣ ਸਾਈਂ ਆਪਣਾ, ਸਤ ਸੰਤੋਖ ਰਹਨ। ਸਬਰ ਸੰਤੋਖ ਨਾਲ ਜੀਵਨ ਬਤੀਤ ਕਰਦੀਆਂ, ਬਾਕੀ ਰਹਿੰਦਾ ਹੋਇਆ ਪਤੀ ਦੀ ਯਾਦ ਵਿੱਚ। ਇਸੇ ਤਰ੍ਹਾਂ ਸ਼ਹੀਦਾਂ ਦੇ ਬਾਰੇ ਦੱਸ ਰਹੇ ਸੀ ਕਿ ਜਿਹੜਾ ਸੂਰਮਾ ਯੋਧਾ ਆਪਣੇ ਧਰਮ ਦੇ ਉੱਤੇ ਰਹਿੰਦਾ ਹੋਇਆ, ਜਿਸ ਤਰ੍ਹਾਂ ਗੁਰਮਤਿ ਵਿੱਚ ਇੱਦਾਂ ਦੇ ਬੇਅੰਤ ਸ਼ਹੀਦ ਹੈ। ਭਾਈ ਤਾਰੂ ਸਿੰਘ ਨੇ ਆਪਣਾ ਧਰਮ ਨਹੀਂ ਤਿਆਗਿਆ, ਭਾਵੇਂ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਇਸੇ ਤਰ੍ਹਾਂ ਸੁਭੇਗ ਸਿੰਘ, ਸ਼ਹਿਬਾਜ਼ ਸਿੰਘ ਪੁੱਤ, ਉਹਨਾਂ ਨੂੰ ਮੁਗਲਾਂ ਦੇ ਪਰਿਵਾਰ ਨੇ ਲੜਕੇ ਨਾਲ ਵਿਆਹ ਕਰਾਉਣ ਦੀ ਬੇਨਤੀ ਕੀਤੀ ਸੀ, ਉਹਨਾਂ ਨੇ ਆਪਣਾ ਧਰਮ ਨਹੀਂ ਤਿਆਗਿਆ। ਉਹਨਾਂ ਦੀ ਲੜਕੀ ਨਾਲ ਭਾਈ ਸਾਹਿਬ ਦੇ ਪੁੱਤਰ ਨੇ ਵਿਆਹ ਨਹੀਂ ਕਰਵਾਇਆ, ਭਾਵੇਂ ਦੋਨਾਂ ਨੂੰ ਚਰਖੜੀ 'ਤੇ ਚੜ੍ਹਾ ਦਿੱਤਾ ਗਿਆ, ਸ਼ਹੀਦ ਕਰ ਦਿੱਤਾ ਗਿਆ। ਇਸ ਤਰ੍ਹਾਂ ਪਾਤਸ਼ਾਹ ਕਹਿੰਦੇ ਵੀ ਇਹ ਤਾਂ ਹੈ ਸ਼ਹੀਦਾਂ ਦੀ ਗੱਲ, ਅਸੀਂ ਉਹਨਾਂ ਨੂੰ ਸ਼ਹੀਦ ਨਹੀਂ ਮੰਨਦੇ ਜਿਹੜੇ ਕੋਈ ਨਸ਼ੇ ਖਾ ਕੇ ਮਰ ਗਏ ਅਤੇ ਜਾਂ ਹੋਰ ਕਿਸੇ ਤਰ੍ਹਾਂ ਆਤਮ ਹੱਤਿਆ ਕਰ ਲਈ, ਉਹ ਸ਼ਹੀਦ ਨਹੀਂ ਕਹਾਉਂਦੇ। ਪਾਤਸ਼ਾਹ ਜੀ ਕਹਿੰਦੇ ਇਹ ਜਿਹੜੇ ਸ਼ਹੀਦ ਹੁੰਦੇ ਆ, ਇਹ ਗੁਪਤ ਵਰਤਦੇ ਹਨ, ਵਿਚਰਦੇ ਹਨ, ਸੰਸਾਰ ਦਾ ਤਮਾਸ਼ਾ ਦੇਖਦੇ ਹਨ। ਜਿਵੇਂ ਇੱਕ ਬੇਪਸਚਿਤ ਰਾਜਾ ਹੋਇਆ ਹੈ, ਇਸ ਨੇ ਵੀ ਆਪਣੇ ਮਨ ਵਿੱਚ ਆਸ਼ਾ ਕੀਤੀ ਸੀ ਮਾਇਆ ਨੂੰ ਵੇਖਣ ਵਾਸਤੇ। ਫਿਰ ਇਹ ਮਾਇਆ ਨੂੰ ਵਿਖਾਇਆ ਗਿਆ, ਇਸ ਨੂੰ ਮਾਇਆ ਦਿਖਾਈ ਗਈ, ਦੂਰ ਤੱਕ ਵੇਖਦਾ ਗਿਆ, ਮੁੜਿਆ ਹੀ ਨਹੀਂ। ਅਤੇ ਇਸ ਨੇ ਅਖੀਰ ਆਪਣਾ ਅੰਤ ਵੇਖਿਆ, ਭਾਵ ਮੌਤ ਹੋ ਗਈ। ਮਾਇਆ ਜਿਹੜੀ ਪਰਮੇਸ਼ਰ ਦੀ ਹੈ, ਇਹ ਮੁੱਕਦੀ ਨਹੀਂ। ਤੋ ਕੁਬੇਰ ਦੇ ਖਜ਼ਾਨਿਆਂ ਤੋਂ ਲੈ ਕੇ ਧਰਤੀ ਦੇ ਇੱਧਰਲੇ ਕਿਨਾਰੇ ਤੱਕ ਸ਼ਹੀਦਾਂ ਦਾ ਵਾਸਾ ਹੈ। ਕੱਲ੍ਹ ਪਾਤਸ਼ਾਹ ਜੀ ਨੇ ਦੱਸਿਆ ਕਿ 56 ਕਰੋੜ ਸ਼ਹੀਦਾਂ ਦਾ ਵਾਸਾ ਹੈ, ਜਿਹੜੇ ਸਮੇਂ ਸਮੇਂ 'ਤੇ ਪਰਮੇਸ਼ਰ ਵੱਲੋਂ ਲਾਈਆਂ ਡਿਊਟੀਆਂ ਵਜਾਉਂਦੇ ਰਹਿੰਦੇ ਹੈ। ਸਤਿਗੁਰੂ ਪਾਤਸ਼ਾਹ ਜੀ ਅੱਗੇ ਹੋਰ ਕੀ ਦੱਸਦੇ ਹਨ, ਇਹ ਵਿਚਾਰਾਂ ਆਰੰਭ ਕਰਕੇ ਸਰਵਣ ਕਰੀਏ। ਉਸ ਤੋਂ ਪਹਿਲਾਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਮਾਇਆ ਜੋਤ ਮਾਸਾ। ਇਹ ਜਿਹੜੇ ਸ਼ਹੀਦ ਹੁੰਦੇ ਆ, ਇਹ ਆਜ਼ਾਦ ਹੁੰਦੇ ਆ, ਇਹਨਾਂ ਨੂੰ ਕੋਈ ਰੋਕ ਟੋਕ ਨਹੀਂ ਹੁੰਦੀ, ਕੋਈ ਇਹਨਾਂ ਨੂੰ ਰੋਕ ਨਹੀਂ ਸਕਦਾ। ਇਹ ਸੰਸਾਰ ਦੇ ਵਿੱਚ ਮਾਇਆ ਦਾ ਤਮਾਸ਼ਾ ਦੇਖਣਾ ਕਰਦੇ ਹਨ। ਜਿਵੇਂ ਵਿਪਸਚਿਤ ਨਾਮ ਦੇ ਰਾਜੇ ਨੇ ਪਰਮੇਸ਼ਰ ਦੀ ਮਾਇਆ ਦੇਖਣ ਦੀ ਇੱਛਾ ਧਾਰੀ ਸੀ। ਮਾਇਆ ਕੋ ਦੇਖਣ ਗਇਓ ਚਾ ਕੁੰਟ ਮਝਾਰਾ। ਔਰ ਚਾਰਾਂ ਕੁੰਟਾਂ ਦੇ ਵੱਲ ਇਸ ਨੇ ਮਾਇਆ ਨੂੰ ਦੇਖਣਾ ਕੀਤਾ ਜੀ। ਦੇਖਤ ਦੇਖਤ ਨੇ ਮਰਿਓ ਨਾ ਅੰਤ ਨਿਹਾਰਾ। ਔਰ ਅੱਗੇ ਤੋਂ ਅੱਗੇ ਹੀ ਜਾਂਦਾ ਰਿਹਾ ਤੇ ਮਾਇਆ ਦਾ ਕੋਈ ਅੰਤ ਨਹੀਂ, ਮਨੁੱਖ ਦਾ ਅੰਤ ਹੋ ਜਾਂਦਾ। ਜਿਵੇਂ ਇੱਕ ਮਨੁੱਖ ਦੀ ਕਹਾਣੀ ਹੈ, ਕਿਸੇ ਸਾਧੂ ਕੋਲ ਗਿਆ, ਮਹਾਰਾਜ ਕਿਰਪਾ ਕਰੋ, ਘਰੇ ਬੜੀ ਗਰੀਬੀ ਆ। ਅਤੇ ਮਹਾਂਪੁਰਸ਼ ਕਹਿੰਦੇ ਵੀ ਇੱਦਾਂ ਕਰ, 4 ਮੋਮਬੱਤੀਆਂ ਲੈ ਜਾ, ਇਹਨੂੰ ਇੱਕ ਨੂੰ ਜਗਾ ਕੇ ਚੜ੍ਹਦੇ ਵੱਲ ਜਾਵੇਂਗਾ, ਜਿੱਥੇ ਖਤਮ ਹੋ ਗਈ ਉੱਥੋਂ ਥਾਂ ਪੱਟੀ, ਉੱਥੋਂ ਪੈਸੇ ਨਿਕਲੇ ਆਉਣਗੇ, ਲੈ ਜੀ ਘਰੇ। ਜੇ ਥੋੜ੍ਹੇ ਰਹਿ ਗਏ ਤਾਂ ਦੂਜੀ ਲੈ ਜਾ, ਇਹਨੂੰ ਛਿਪ ਦੇ ਵੱਲ ਜਗਾ ਕੇ ਚੱਲ ਪਈ, ਜਿੱਥੇ ਮੁੱਕ ਗਈ ਉੱਥੋਂ ਥਾਂ ਪੱਟੇਗਾ, ਉੱਥੋਂ ਸੋਨਾ ਚਾਂਦੀ ਨਿਕਲ ਆਵੇਗਾ। ਬਹੁਤ ਹੋਣਾ ਵੈਸੇ ਤੈਨੂੰ ਇੰਨਾ। ਜੇ ਨਾ ਸਰਿਆ ਭਾਈ, ਆ ਤੀਜੀ ਜਗਾ ਲਈ, ਉੱਤਰ ਵਾਲੇ ਪਾਸੇ ਜਾਈ, ਜਿੱਥੇ ਜਾ ਕੇ ਖਤਮ ਹੋ ਗਈ ਉੱਥੇ ਜਾ ਕੇ ਥਾਂ ਪੱਟੇਗਾ, ਹੀਰੇ ਜਵਾਹਰਾਤ ਨਿਕਲ ਆਉਣਗੇ। ਆ ਚੌਥੀ ਮੋਮਬੱਤੀ ਨਾ ਜਗਾਈ। ਉਹ ਕਹਿਣ ਲੱਗਿਆ ਜੀ ਠੀਕ ਹੈ। ਉਹਨੇ ਤਿੰਨੇ ਜਗਾਈਆਂ, ਤਿੰਨਾਂ ਪਾਸਿਆਂ 'ਤੇ ਉਸਨੇ ਨਿਸ਼ਾਨੀਆਂ ਲਾ ਲਈਆਂ, ਬਈ ਇੱਥੇ ਖਜ਼ਾਨਾ, ਇੱਥੇ ਖਜ਼ਾਨਾ, ਇੱਥੇ ਖਜ਼ਾਨਾ, ਲੈ ਜਾਗੇ ਫਿਰ ਕੱਢ ਕੇ, ਜਦੋਂ ਮਰਜ਼ੀ ਲੈ ਜਾਈਏ, ਹੁਣ ਤਾਂ ਪਤਾ ਲੱਗ ਗਿਆ। ਪਰ ਚੌਥੀ ਮੋਮਬੱਤੀ ਵਾਲੀ ਸ਼ੰਕਾ ਪੈਦਾ ਕਰ ਲਿਆ ਵੀ ਸ਼ਾਇਦ ਇੱਧਰ ਕੋਈ ਉਦੋਂ ਵੱਡੀ ਚੀਜ਼ ਹੈ। ਸਾਧ ਨੇ ਜਾਣ ਕੇ ਦੱਸਿਆ ਨਹੀਂ ਗਾ, ਆਪਾਂ ਇਹ ਵੀ ਪਾਸਾ ਦੇਖਦੇ ਹਾਂ। ਅਤੇ ਚੌਥੇ ਪਾਸੇ ਮੋਮਬੱਤੀ ਜਗਾ ਕੇ ਤੁਰ ਪਿਆ ਦੱਖਣ ਵਾਲੇ ਪਾਸੇ। ਜਿੱਥੇ ਉਹ ਖਤਮ ਹੋਈ, ਬੁਝ ਗਈ, ਉੱਥੋਂ ਥਾਂ ਪੱਟਿਆ। ਪੱਟਦਿਆਂ ਪੱਟਦਿਆਂ ਥਾਂ ਥੱਲਿਓਂ ਇੱਕ ਦਰਵਾਜ਼ਾ ਨਿਕਲਣਾ ਸ਼ੁਰੂ ਹੋਇਆ। ਉਹਨੇ ਉਹ ਦਰਵਾਜ਼ਾ ਖੋਲ੍ਹ ਲਿਆ, ਖਾਲੀ ਕਰਕੇ, ਮਿੱਟੀ ਪਾਸੇ ਕਰਕੇ। ਦਰਵਾਜ਼ਾ ਖੋਲ੍ਹ ਕੇ ਗਾਂਹ ਗੁਫਾ ਨਿਕਲੀ, ਗੁਫਾ ਦੇ ਵਿੱਚ ਵੜ ਗਿਆ, ਗਾਂਹ ਤੁਰ ਗਿਆ, ਹਨੇਰੇ ਦੇ ਵਿੱਚ ਤੁਰਿਆ ਜਾਂਦਾ। ਗਾਂਹ ਇਸ ਨੇ ਕੀ ਦੇਖਿਆ ਕਿ ਇੱਕ ਬੰਦਾ ਖੜਾ, ਔਰ ਬੰਦੇ ਦੇ ਸਿਰ ਦੇ ਵਿੱਚ, ਗਲ ਦੇ ਵਿੱਚ ਚੱਕੀ ਦਾ ਜਿਹੜਾ ਗੁਰੂ ਪਿਆਰੋ ਪੱਥਰ ਹੁੰਦਾ, ਵਿਚਾਲੇ ਮੋਰਾ ਹੁੰਦਾ, ਉੱਤੋਂ ਦੀ ਪਾ ਕੇ ਮੋਢਿਆਂ 'ਤੇ ਰੱਖਿਆ ਹੋਇਆ।
ਉਹਨੂੰ ਜਾ ਕੇ ਨਾ ਭਾਈ ਸਾਹਿਬ ਇੱਧਰ ਕੋਈ ਖਜ਼ਾਨਾ ਵੀ ਹੈ? ਕਹਿੰਦੇ ਯਾਰ ਖਜ਼ਾਨਾ ਤਾਂ ਹੈਗਾ। ਫਿਰ ਦੱਸ ਕਾ ਕਿੱਧਰ ਹੈ? ਕਹਿੰਦਾ ਮੈਂ ਹੁਣ ਕਿਵੇਂ ਦੱਸਾਂ, ਮੈਥੋਂ ਹੱਲਿਆ ਨਹੀਂ ਜਾਂਦਾ। ਤੂੰ ਆ ਹੱਥ ਲਵਾ ਤੇ ਮੇਰੇ ਸਿਰ ਦੇ ਵਿੱਚੋਂ ਆ ਪੁੜ ਕਢਾ ਚੱਕੀ ਦਾ, ਫਿਰ ਦੱਸਦਾ ਕਿੱਥੇ ਆ। ਪਹਿਲਾਂ 2 ਹੱਥਾਂ ਨਾਲ ਨਹੀਂ ਚੱਕਿਆ ਗਿਆ, ਦੋਵਾਂ ਨੇ ਜ਼ੋਰ ਲਾਇਆ, ਪੁੜ ਚੱਕੀ ਦਾ ਨਿਕਲ ਗਿਆ ਤੇ ਬੋਝ ਕੇ ਚੱਕ ਕੇ ਉਹਦੇ ਸਿਰ 'ਚ ਪਾ ਕੇ ਹੱਥ ਛੱਡ ਤੇ ਕਹਿੰਦੇ ਇੱਧਰ ਇਹੀ ਖਜ਼ਾਨਾ ਹੈ। ਹੁਣ ਕੋਈ ਤੇਰੇ ਵਰਗਾ ਲਾਲਚੀ ਆਊਗਾ, ਉਹੀ ਤੈਨੂੰ ਇੱਥੋਂ ਕੱਢੂਗਾ, ਆਪਾਂ ਚੱਲੇ ਆ। ਇਸ ਕਰਕੇ ਪਰਮੇਸ਼ਰ ਦੀ ਮਾਇਆ ਦਾ ਕੋਈ ਅੰਤ ਨਹੀਂ ਹੈ। ਅੰਤ ਕੋ ਚਾਹਣ ਜੋਗ ਐਸੇ ਆਏ ਅੰਤ ਗਵਾਏ। ਸ਼ਹੀਦਾਂ ਦਾ ਵੀ ਅੰਤ ਨਹੀਂ ਹੈ। ਇਹ ਸ਼ਹੀਦ ਕੀ ਕੁਛ ਕਰ ਸਕਦੇ ਆ ਜਿਹੜੇ ਸ਼ੁੱਧ ਸ਼ਹੀਦ ਹੁੰਦੇ ਹੈ। ਵੈਸੇ ਭੂਤ ਪ੍ਰੇਤ ਵੀ ਬਥੇਰੇ ਤੁਰੇ ਫਿਰਦੇ ਨੇ, ਪਰ ਗੱਲ ਸਤਿਗੁਰਾਂ ਨੇ ਸ਼ਹੀਦਾਂ ਦੀ ਕੀਤੀ ਹੈ। ਇਹ ਸ਼ਹੀਦ ਜੰਗਾਂ ਯੁੱਧਾਂ ਦੇ ਵੀ ਸਿੰਘਾਂ ਦਾ ਸਾਥ ਵੀ ਦਿੰਦੇ ਰਹੇ। ਆਖੋ ਸਤਿਨਾਮ ਸ੍ਰੀ। ਹੁਣ ਵੀ ਜੇ ਕੋਈ ਖੁਦ ਨੂੰ ਸ਼ੁੱਧ ਕਰੇ ਤੇ ਇਹ ਰੂਹਾਂ ਜਿਹੜੀਆਂ ਸਾਥ ਦਿੰਦੀਆਂ। ਖੈਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਵੇਂ ਉਹ ਰਾਜਾ ਮਾਇਆ ਦੇਖਣ ਗਿਆ, ਮਾਇਆ ਮੁੱਕੀ ਨਹੀਂ ਜੀ। ਇੱਦਾਂ ਹੀ ਸੰਸਾਰ ਦੇ ਵਿੱਚ ਬੇਅੰਤ ਸ਼ਹੀਦ ਜੋ ਪਰਮੇਸ਼ਰ ਦਾ ਤਮਾਸ਼ਾ ਵੇਖਦੇ ਰਹਿੰਦੇ ਹਨ। ਜਿਵੇਂ ਅਸੀਂ ਨਵੀਆਂ ਨਵੀਆਂ ਜੂਨਾਂ ਵਿੱਚ ਚਲੇ ਜਾਂਦੇ ਆ, ਕਿਉਂਕਿ ਸਾਡੀ ਗਲਤੀ ਹੁੰਦੀ ਆ, ਸਾਨੂੰ ਪਤਾ ਨਹੀਂ ਹੁੰਦਾ ਵੀ ਆਹ ਜੂਨ ਮਿਲ ਜੂ। ਬੰਦਾ ਤਾਂ ਮੰਗਦਾ ਜਵਾਕ ਪਾਲਣੇ, ਹਾਏ ਮੈਂ ਮਰ ਗਿਆ, ਮੇਰੇ ਬੱਚੇ ਕੌਣ ਪਾਲੂਗਾ? ਤੇ ਪਾਤਸ਼ਾਹ ਕਹਿੰਦੇ ਸੂਰ ਬਣ ਜਾ, ਉਹਦੇ 18-20 ਹੁੰਦੇ ਆ। ਕਿਉਂਕਿ ਸਾਨੂੰ ਪਤਾ ਨਹੀਂ ਕਿਹੜੀ ਜੂਨੀ ਕਿਉਂ ਮਿਲਦੀ ਹੈ, ਤੇ ਬੰਦੇ ਦੀ ਆਪਣੀ ਗਲਤੀ ਕਰਕੇ ਅਗਲੀਆਂ ਜੂਨਾਂ ਮਿਲਦੀਆਂ। ਪਰ ਸ਼ਹੀਦ ਅਗਲੀ ਜੂਨ ਦੀ ਇੱਛਾ ਹੀ ਨਹੀਂ ਰੱਖਦੇ, ਉਹ ਸਰੀਰ ਵੀ ਨਹੀਂ ਮੰਗਦੇ ਗੇ। ਉਸੇ ਤਰ੍ਹਾਂ ਸੂਖਮ ਰੂਪ ਹੈ ਜਿਹੜਾ ਉਹਨਾਂ ਦਾ, ਉਹਦੇ ਨਾਲ ਹੀ ਵਿਚਰਦੇ ਹਨ। ਨਾ ਉਹ ਜੋਨੀਆਂ ਵਿੱਚ ਜਾਂਦੇ ਹੈ, ਨਾ ਉਹਨਾਂ ਦੀ ਉਹ ਗੰਢ ਖੁੱਲ੍ਹਦੀ ਹੈ, ਭਾਵ ਉਹ ਸੂਖਮ ਸਰੀਰ ਛੱਡਦੇ ਨਹੀਂ, ਉਸੇ ਤਰ੍ਹਾਂ ਹੀ ਰਹਿੰਦੇ ਹਨ। ਕਿਉਂਕਿ ਉਹਨਾਂ ਦੇ ਸਿਰ 'ਤੇ ਪੂਰੇ ਗੁਰੂ ਦਾ ਹੱਥ ਹੁੰਦਾ ਹੈ। ਔਰ ਉਹਨਾਂ ਨੂੰ ਗੁਰੂ ਇਉਂ ਸੰਭਾਲਦਾ ਹੈ ਜਿਵੇਂ ਪਾਲੀ ਆਪਣੇ ਪਸ਼ੂਆਂ ਨੂੰ ਸੰਭਾਲਦਾ ਹੈ, ਉਸੇ ਤਰ੍ਹਾਂ ਸੰਭਾਲਦਾ ਹੈ। ਅੱਜ ਮੱਸਿਆ ਹੈ, ਬਹੁਤ ਸਾਰੇ ਲੋਕਾਂ ਨੇ ਸ਼ਹੀਦਾਂ ਦੇ ਵਸਤਰ ਦਿੱਤੇ, ਕੱਪੜੇ ਦਿੱਤੇ, ਪਰ ਗੁਰੂ ਪਿਆਰਿਓ ਇਹ ਉਹ ਸ਼ਹੀਦ ਨਹੀਂ ਜਿਹੜੇ ਗੁਰਮਤਿ ਅਨੁਸਾਰ ਦੱਸੇ ਜਾ ਰਹੇ ਪਾਤਸ਼ਾਹ ਵੱਲੋਂ। ਠੀਕ ਹੈ, ਸੰਸਾਰ ਡਰਦਾ ਹੋਇਆ ਉਹਨਾਂ ਤੋਂ, ਬ੍ਰਾਹਮਣਾਂ ਦੇ ਬਣਾਏ ਹੋਏ ਕਰਮ ਕਾਂਡਾਂ ਨੂੰ ਪੂਜਦਾ ਹੋਇਆ, ਸ਼ਰਾਧ ਆਦਿ ਮਨਾਉਂਦਾ ਹੈ। ਡਰਦਾ ਹੋਇਆ ਮਨਾਉਂਦਾ ਨਹੀਂ, ਕੌਣ ਮਨਾਵੇ? ਭਾਵ ਉਹ ਡਰ ਵੀ ਇਹਨਾਂ ਦੇ ਦਿਮਾਗ ਵਿੱਚ ਉਹਨਾਂ ਲੋਕਾਂ ਨੇ ਬਿਠਾਇਆ, ਐਸਾ ਕੁੱਟ-ਕੁੱਟ ਕੇ ਭਰਿਆ, ਉਹ ਡਰ ਨਿਕਲਦਾ ਹੀ ਨਹੀਂਗਾ। ਤਾਂ ਇਸ ਕਰਕੇ ਇਹ ਜਿਹੜੇ ਸ਼ਹੀਦ ਆ, ਇਹ ਭਜਨ ਬੰਦਗੀ ਵਾਲੇ ਆ, ਜਾਂ ਉਹ ਸੂਰਮੇ ਯੋਧੇ ਆ ਜਿਨ੍ਹਾਂ ਨੇ ਜੰਗ ਦੇ ਮੈਦਾਨ ਵਿੱਚ ਮੁੱਖ ਤੇ ਸ਼ਸਤਰ ਖਾਧੇ ਹਨ। ਤਾਂ ਤੇ ਸਿੱਖੋ ਸ਼ਹੀਦਾਂ ਦੀ ਗਤੀ ਐਸੀ ਹੈ ਭਾਈ, ਸਬਲ ਜਿਹੜੇ ਸ਼ਕਤੀ ਰੱਖਦੇ ਹਨ ਉਹਨਾਂ ਦੀ ਐਸੀ ਗਤੀ ਹੁੰਦੀ ਹੈ, ਭਾਵ ਐਸਾ ਉਹਨਾਂ ਦਾ ਜੀਵਨ ਹੁੰਦਾ ਹੈ, ਸੁਭਾਅ ਹੁੰਦਾ ਹੈ ਜੀ। ਤੁਸੀਂ ਮੈਨੂੰ ਸ਼ਹੀਦਾਂ ਬਾਰੇ ਪੁੱਛਿਆ ਤਾਂ ਮੈਨੂੰ ਦੱਸਣਾ ਪਿਆ ਜੀ। ਵੈਸੇ ਦੁਨੀਆ ਵਿੱਚ ਰਿੱਧੀਆਂ ਸਿੱਧੀਆਂ ਰੱਖਣ ਵਾਲੇ 9 ਨਾਥ 84 ਸਿੱਧ ਵੀ ਹੋਏ ਹਨ। ਸਿੱਧ ਉਹਨਾਂ ਨੂੰ ਕਹਿੰਦੇ ਆ ਜਿਨ੍ਹਾਂ ਕੋਲ ਰਿੱਧੀਆਂ ਸਿੱਧੀਆਂ ਆ ਜਾਂਦੀਆਂ, ਜਿਵੇਂ ਗੋਰਖਨਾਥ ਦੇ ਚੇਲਿਆਂ ਕੋਲ ਰਿੱਧੀਆਂ ਸਿੱਧੀਆਂ ਸੀਗੀਆਂ, ਉਹ ਲੋਕਾਂ ਨੂੰ ਡਰਾ ਕੇ ਆਪਣੇ ਮਗਰ ਲਾਉਂਦੇ ਸੀਗੇ। ਜਿਵੇਂ ਅਚਲ ਬਟਾਲੇ ਦੇ ਵੇਲੇ ਤੇ ਬਾਬਾ ਨਾਨਕ ਜੀ ਚਲੇ ਗਏ ਤੇ ਉੱਥੇ ਗੁਰੂ ਪਿਆਰਿਓ ਕੀ ਹੋਇਆ, ਜਦੋਂ ਸੰਸਾਰ ਨੂੰ ਪਤਾ ਲੱਗਿਆ, ਕਿਉਂਕਿ ਉਦੋਂ ਤੱਕ ਬਾਬਾ ਜੀ ਬੜੇ ਮਸ਼ਹੂਰ ਹੋ ਚੁੱਕੇ ਸੀ, ਕਰਤਾਰਪੁਰ ਵਸਾ ਲਿਆ ਸੀ, ਤੇ ਜਿਹੜੇ ਲੋਕ ਹਰ ਸਾਲ ਜੋਗੀਆਂ ਗੋਰਖਨਾਥ ਦੇ ਚੇਲਿਆਂ ਕੋਲ ਜਾ ਕੇ ਬਹਿੰਦੇ, ਉਹਨਾਂ ਨੂੰ ਮੱਥੇ ਟੇਕਦੇ ਸੀ, ਅੱਜ ਉਹ ਸਾਰੇ ਬਾਬੇ ਨਾਨਕ ਕੋਲ ਜਾ ਬੈਠੇ। ਜੋਗੀਆਂ ਕੋਲ ਕੋਈ ਗਿਆਨ ਹੈ, ਜੋਗੀਆਂ ਨੂੰ ਈਰਖਾ ਹੋਈ, ਗੁੱਸਾ ਆਇਆ। ਉੱਥੇ ਰਾਸ ਲੀਲਾ ਪਾਉਣ ਵਾਲੇ ਰਾਸਧਾਰੀਆਂ ਦਾ ਪੈਸਿਆਂ ਵਾਲਾ ਜਿਹੜਾ ਮਟਕਾ ਸੀ, ਉਹ ਹੀ ਚੱਕ ਕੇ ਲੁਕੋ ਦਿੱਤਾ। ਉਹ ਵਿਚਾਰਿਆਂ ਨੂੰ ਸਾਰੀ ਰਾਸ ਲੀਲਾ ਭੁੱਲ ਗਈ, ਕਹਾਣੀ ਭੁੱਲ ਗਈ, ਨਾਟਕ ਭੁੱਲ ਗਿਆ। ਉਹ ਆ ਕੇ ਬਾਬੇ ਨਾਨਕ ਦੇ ਪੈਰੀ ਪਏ, ਮਹਾਰਾਜ ਸਾਡਾ ਪੈਸਿਆਂ ਵਾਲਾ ਗੜਵਾ ਹੀ ਲੁਕੋਤਾ ਇਹਨਾਂ ਲੋਕਾਂ ਨੇ। ਪਾਤਸ਼ਾਹ ਜੀ ਨੂੰ ਕਿਹਾ ਵੀ ਇਹਨਾਂ ਦਾ ਮਟਕਾ ਦੇ ਦਿਓ ਪੈਸਿਆਂ ਵਾਲਾ। ਉਹਨਾਂ ਨੇ ਨਾ ਦਿੱਤਾ ਤੇ ਪਾਤਸ਼ਾਹ ਨੇ ਆਪਣੀ ਸ਼ਕਤੀ ਨਾਲ ਲੱਭ ਕੇ ਦੇ ਦਿੱਤਾ। ਫਿਰ ਹੋਰ ਵੀ ਗੁੱਸਾ ਆ ਗਿਆ।
ਔਰ ਸੰਗਤਾਂ ਨੂੰ ਇਹ ਰਿੱਧੀਆਂ ਸਿੱਧੀਆਂ ਦੇ ਨਾਲ ਸੱਪ ਸ਼ੇਰ ਬਘਿਆੜ ਆਦਿ ਬਣ ਕੇ ਚੀਕਾਂ ਮਾਰ ਡਰਾਉਣ ਲੱਗੇ, ਔਰ ਕਈ ਤਾਹਾਂ ਉੱਡਣ ਲੱਗੇ, ਮੂੰਹ 'ਚੋਂ ਅੱਗ ਕੱਢਣ ਲੱਗੇ। ਸੰਗਤਾਂ ਕੰਬਣ ਲੱਗੀਆਂ, ਮਹਾਰਾਜ ਆਹ ਕੀ ਗੱਲ ਹੋ ਗਈ? ਪਾਤਸ਼ਾਹ ਕਹਿੰਦੇ ਘਬਰਾਓ ਨਾ, ਥੋੜਾ ਚਿਰ ਹੀ ਹੈ ਇਹਨਾਂ ਦਾ ਕੰਮ। ਤੇ ਪਾਤਸ਼ਾਹ ਜੀ ਨੇ ਉਹਨਾਂ ਦੀਆਂ ਸਾਰੀਆਂ ਦੀਆਂ ਸ਼ਕਤੀਆਂ ਖਿੱਚ ਲਈਆਂ, ਸਾਰੇ ਉਹਨਾਂ ਦੇ ਮੁਖੀ ਦੀਆਂ ਸ਼ਕਤੀਆਂ ਖਿੱਚ ਲਈਆਂ। ਜਦੋਂ ਖਾਲੀ ਜੀ ਹੋ ਕੇ ਥੱਲੇ ਡਿੱਗ ਪਏ ਗੜਿਆਂ ਵਾਂਗੂ, ਪਹਿਲਾਂ ਗੜੇ ਭਰਾਏ, ਮੀਂਹ ਭਰਾਏ, ਬਹੁਤ ਕੁਛ ਕੀਤਾ। ਜਦੋਂ ਸ਼ਕਤੀਆਂ ਖਿੱਚ ਲਈਆਂ ਫਿਰ ਮਾਫੀਆਂ ਮੰਗਣ ਲੱਗੇ। ਪਾਤਸ਼ਾਹ ਕਹਿੰਦੇ ਰਿੱਧੀਆਂ ਸਿੱਧੀਆਂ ਦਾ ਕੀ ਫਾਇਦਾ, ਲੋਕਾਂ ਨੂੰ ਡਰਾ ਧਮਕਾ ਕੇ ਤੁਸੀਂ ਮਗਰ ਲਾਉਣੇ ਹੋ, ਪ੍ਰੇਮ ਕਰਨਾ ਚਾਹੀਦਾ ਪਰਮੇਸ਼ਰ ਨਾਲ। ਫਿਰ ਉਹਨਾਂ ਨੇ ਮਾਫੀ ਮੰਗੀ, ਫਿਰ ਪਾਤਸ਼ਾਹ ਨੇ ਉਹਨਾਂ ਦੀਆਂ ਸਿੱਧੀਆਂ ਮੋੜ ਦਿੱਤੀਆਂ। ਖੈਰ ਰਿੱਧੀਆਂ ਸਿੱਧੀਆਂ ਵਾਲੇ ਵੀ ਹੈਗੇ, ਪਰ ਉਹ ਸ਼ਹੀਦ ਨਹੀਂ ਹੈਗੇ। ਔਰ ਮੁਸਲਮਾਨੀ ਮਤ ਵਿੱਚ ਜਿਹੜੇ ਆਪਣੇ ਆਪ ਨੂੰ ਦੀਨ ਵਾਲੇ ਧਰਮ ਵਾਲੇ ਕਹਾਉਂਦੇ ਹਨ, ਔਰ ਉਹ ਮੁਹੰਮਦ ਦੀ ਉਮਤ ਹੈ, ਉਹ ਮੁਹੰਮਦ ਦੇ ਕੋਲ ਰਹਿੰਦੇ ਹਨ। ਔਰ ਉਹਨਾਂ ਨੂੰ ਇਹ ਜਿੰਨ ਕਹਿੰਦੇ ਹਨ। ਅਸੀਂ ਕਹਿੰਦੇ ਆ ਵੀ ਸ਼ਹੀਦ ਸਾਡੇ ਕਾਰਜ ਕਰਦੇ ਆ, ਉਹ ਕਹਿੰਦੇ ਸਾਡੇ ਕੋਲ ਇੱਕ ਜਿੰਨ ਹੈ। ਜਦੋਂ ਦੀਵਾ ਜਗਿਆ ਤੇ ਉਹਦੇ ਵਿੱਚੋਂ ਜਿੰਨ ਨਿਕਲਿਆ, ਹਾਂ ਆਕਾ ਕੀ ਹੁਕਮ ਹੈ, ਉਹ ਉਹਨੂੰ ਜਨਾਇਤ ਜਿੰਨ ਕਹਿੰਦੇ ਹਨ। ਖੈਰ ਇੱਧਰ ਨੂੰ ਚੱਲ ਪਏ ਤਾਂ ਕਹਾਣੀ ਲੰਮੀ ਹੋ ਜਾਣੀ ਹੈ। ਉਹ ਜਨਾਇਤ ਕਹਿੰਦੇ ਹਨ। ਉਹ ਨਿਗੁਰੇ ਹੁੰਦੇ ਆ, ਉਹ ਬੇਮੁਖ ਹੁੰਦੇ ਐ, ਉਹ ਮਨਮਤ ਕਰਦੇ ਹਨ। ਉਹ ਜਿੰਨ ਦਾ ਪ੍ਰੇਤਾਂ ਦਾ ਤਨ ਪਾਉਂਦੇ ਹਨ, ਭੂਤ ਪ੍ਰੇਤਾਂ ਦਾ ਤਨ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ ਸਰੀਰ ਨੂੰ ਤਿਆਗ ਕਰਕੇ। ਔਰ ਆਪਣਾ ਜਿਹੜਾ ਜੀਵਨ ਹੈ ਬੜਾ ਲੰਬਾ ਜੀਵਨ ਇਹਨਾਂ ਨੂੰ ਮਿਲਦਾ ਹੈ ਤੇ ਦੁੱਖਾਂ ਵਿੱਚ ਹੀ ਬਤੀਤ ਹੁੰਦਾ ਹੈ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨ ਪਾਵੇ। ਇਸ ਕਰਕੇ ਇਹ ਘੋਰ ਅਗਿਆਨੀ ਅਗਿਆਨਤਾ ਦੇ ਹਨੇਰੇ ਵਿੱਚ ਭਟਕੇ ਹੋਏ ਹੁੰਦੇ ਹਨ। ਇਹਨਾਂ ਨੂੰ ਗੁਰੂ ਤੋਂ ਬਗੈਰ ਮੁਕਤੀ ਨਹੀਂ ਮਿਲਦੇ। ਇਹੋ ਸਤਿਗੁਰਾਂ ਨੇ ਸਿੱਖਾਂ ਨੂੰ ਸ਼ਹੀਦਾਂ ਦੀ ਡੈਫੀਨੇਸ਼ਨ, ਸ਼ਹੀਦਾਂ ਦੀ ਜਾਣਕਾਰੀ ਦਿੱਤੀ ਹੈ ਕਿ ਅਸਲੀ ਸ਼ਹੀਦ ਕਿਹੜੇ ਹਨ। ਜਿਸ ਤਰ੍ਹਾਂ ਸਾਡੇ ਕੋਲ ਕੌਮ ਦੇ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਹਨ। ਗੁਰੂ ਪਿਆਰੋ ਸ਼ਹੀਦਾਂ ਦੀ ਲੜੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਚਲਾਈ ਆ। ਆਪਣੇ ਧਰਮ ਦੇ ਵਿੱਚ ਰਹਿੰਦਿਆਂ ਹੋਇਆਂ ਗੁਰੂ ਪਿਆਰੋ ਚੰਦੂ ਦੀ ਗੱਲ ਨਹੀਂ ਮੰਨੀ, ਭਾਵੇਂ ਸਰੀਰ ਤਿਆਗ ਦਿੱਤਾ। ਉਸ ਤੋਂ ਬਾਅਦ ਅੱਗੇ ਸਿੱਖ ਸ਼ਹੀਦਾਂ ਦੀ ਤਾਂ ਗਿਣਤੀ ਹੀ ਕੋਈ ਨਹੀਂ ਸਾਡੇ ਘਰ ਦੇ ਵਿੱਚ। ਤਾਂ ਉਹ ਸ਼ਹੀਦ ਅੱਜ ਵੀ ਆਪਣੀਆਂ ਸੰਗਤਾਂ ਦਾ ਗੁਰੂ ਪਿਆਰੋ ਰਕਸ਼ਾ ਕਰਦੇ ਆ, ਸਹਾਇਤਾ ਕਰਦੇ ਹਨ। ਅੱਜ ਵੀ ਗੁਰੂ ਪਿਆਰਿਓ ਇਹ ਖਿਆਲ ਹੈ ਕਿ ਬਾਬਾ ਦੀਪ ਸਿੰਘ ਜੀ ਸ਼ਹੀਦ ਹਰਿਮੰਦਰ ਸਾਹਿਬ ਦੀ ਰਕਸ਼ਾ ਕਰ ਰਹੇ ਆ। ਕੋ ਸਤਨਾਮ ਸੀ। ਜਦ 84 ਵੇਲੇ ਸਰਕਾਰ ਨੇ ਟੈਂਕ ਵਾੜੇ ਤੇ ਉਹ ਕੋਈ ਥਾਂ ਪੋਲਾ ਥੋੜਾ ਹੀ ਸੀਗਾ, ਪਰ ਜਦੋਂ ਹੀ ਉਹਨਾਂ ਦਾ ਟੈਂਕ ਬਾਬਾ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਿੱਥੇ ਸੀਸ ਗਿਰਿਆ ਸੀਗਾ, ਜਦ ਉਸ ਜਗ੍ਹਾ 'ਤੇ ਪਹੁੰਚਿਆ ਤੇ ਉੱਥੇ ਉਹਦੇ ਪੈਰ ਦਬ ਗਏ, ਟਾਇਰ ਦਬ ਗਏ, ਉੱਥੇ ਖੁੱਭ ਗਏ। ਉਹ ਟੈਂਕ ਉਦੋਂ ਗਾਂਹ ਨਹੀਂ ਜਾ ਸਕੇ। ਭਾਵ ਅੱਜ ਵੀ ਉਹ ਸ਼ਹੀਦ ਜਿਹੜੇ ਹਨ ਕੌਮ ਦੇ ਵਿੱਚ ਵਿਚਰ ਰਹੇ ਨੇ। ਔਰ ਸਿੱਖ ਕਹਿਣ ਲੱਗੇ ਧੰਨੋ ਮਹਾਰਾਜ ਜੋ ਆਪ ਜੀ ਨੇ ਸਾਨੂੰ ਸ਼ਹੀਦਾਂ ਬਾਰੇ ਜਾਣਕਾਰੀ ਦਿੱਤੀ ਹੈ। ਅਸੀਂ ਮਲਨ ਮੈਲੀ ਮੱਤ ਵਾਲੇ, ਥੋੜੀ ਮੱਤ ਵਾਲੇ ਮਹਾਰਾਜ ਤੁਹਾਡੀ ਸ਼ਰਨ ਵਿੱਚ ਹਾਂ, ਸਾਨੂੰ ਸੁਧਾਰ ਲਓ। ਹਾਂ ਤੂੰ ਸਮਰੱਥ ਵੱਡਾ, ਮੇਰੀ ਮੱਤ ਥੋੜੀ ਰਾਮ। ਮਹਾਰਾਜ ਸਾਡੀ ਛੋਟੀ ਮੱਤ ਹੈ, ਅਸੀਂ ਇਹਨਾਂ ਚੀਜ਼ਾਂ ਨੂੰ ਨਹੀਂ ਸਮਝ ਸਕਦੇ। ਤੁਹਾਡੀ ਮੱਤ ਪਰੇ ਤੋਂ ਪਰੇ ਹੈ, ਤੁਹਾਡੀ ਗਤੀ ਅਗਮ ਅਗਾਧ ਹੈ। ਤੇ ਮਹਾਰਾਜ ਇਹ ਵੀ ਦੱਸ ਦਿਓ ਅਕਾਲ ਕਿੰਨਾ ਕੁ ਚਿਰ ਰਹੂਗਾ। ਹਜੇ ਕਾਲ ਪੈ ਗਿਆ ਸੀ ਨਾ, ਪਿੱਛੇ ਕਾਲ ਤੋਂ ਗੱਲ ਚੱਲੀ ਸਾਰੀ। ਕਾਲ ਪੈ ਗਿਆ ਸੀਗਾ
ਤੇ ਲੰਗਰ ਕੇਵਲ ਤੇ ਕੇਵਲ ਸ੍ਰੀ ਅਨੰਦਪੁਰ ਸਾਹਿਬ ਚੱਲਦਾ ਰਿਹਾ। ਬਾਕੀ ਲੋਕ ਭੁੱਖੇ ਮਰਨ ਲੱਗੇ। ਫਿਰ ਸਾਰੇ ਭੁੱਖੇ ਮਰਦੇ ਅਨੰਦਪੁਰ ਸਾਹਿਬ ਆਉਣ ਲੱਗ ਪਏ। ਕੁਝ ਛੋਟੀ ਮੱਤ ਵਾਲਿਆਂ ਨੇ, ਕੁਝ ਥੋੜੀ ਮੱਤ ਵਾਲਿਆਂ ਨੇ ਕੀ ਕੀਤਾ, ਲਾਂਗਰੀਆਂ ਨੂੰ, ਮਾਤਾ ਗੁਜਰੀ ਜੀ ਹੋਰਾਂ ਨੂੰ ਕਹਿ ਦਿੱਤਾ ਜੀ ਆਪਾਂ ਲੰਗਰ 8 ਪਹਿਰਾ ਕਰ ਦਿਓ, ਕਿਤੇ ਆਪਣੇ ਕੋਲੇ ਰਾਸ਼ਨ ਨਾ ਮੁੱਕ ਜਾਵੇ। ਕੋ ਸਤਨਾਮ। ਜਦੋਂ ਇਸ ਗੱਲ ਦਾ ਪਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਲੱਗਿਆ, ਉਹਨਾਂ ਨੇ ਝਿੜਕਣਾ ਕੀਤਾ ਵੀ ਇੱਥੇ ਲੰਗਰ ਕਿਵੇਂ ਮੁੱਕ ਸਕਦਾ। ਇੱਕੋ ਹੀ ਤਾਂ ਘਰ ਹੈ ਜਿੱਥੇ ਅਟੁੱਟ ਲੰਗਰ ਚੱਲਦਾ ਹੈ, 24 ਘੰਟੇ ਚੱਲਣ ਦਿਓ। ਕੋਈ ਐਸੀ ਗੱਲ ਸੋਚਣੀ ਵੀ ਨਹੀਂ ਕਿਸੇ ਨੇ। ਤਾਂ ਫਿਰ ਸਾਰੇ ਡਰਦੇ ਹੋਏ ਪਾਤਸ਼ਾਹ ਜੀ ਤੋਂ ਲੰਗਰ 24 ਘੰਟੇ ਕਰਤਾ, ਫਿਰ ਸਾਨੂੰ ਕਿ ਤੈਨੂੰ ਇਲਾਜ ਆ, ਇਲਾਜ ਇਸੇ ਨੂੰ ਹੀ ਆ, ਆਪਾਂ ਨੂੰ ਥੋੜ੍ਹਾ ਹੀ ਆ। ਤਾਂ ਇਸ ਤਰ੍ਹਾਂ ਲੰਗਰ ਲਗਾਤਾਰ ਚੱਲਣ ਲੱਗਿਆ। ਅਖੀਰ ਤੇ ਸਿੰਘਾਂ ਨੇ ਬੇਨਤੀ ਕੀਤੀ, ਮਹਾਰਾਜ ਕਾਲ ਬਾਰੇ ਵੀ ਦੱਸ ਦਿਓ, ਇਹ ਹਜੇ ਕਿੰਨਾ ਕੁ ਚਿਰ ਚੱਲੂਗਾ। ਸਾਰੀ ਦੁਨੀਆ ਕੋਲੋਂ ਅਨਾਜ ਮੁੱਕ ਗਿਆ ਹੈ, ਦੁਨੀਆ ਡਾਵਾਂ ਡੋਲ ਹੋ ਗਈ ਹੈ ਮਹਾਰਾਜ, ਇਹ ਦੁੱਖਾਂ ਦਾ ਸਮਾਂ ਹਜੇ ਕਿੰਨਾ ਕੁ ਚਿਰ ਹੈ। ਤੋ ਜਦੋਂ ਪਾਤਸ਼ਾਹ ਜੀ ਨੂੰ ਪੁੱਛਿਆ ਮਹਾਰਾਜ ਕਾਲ ਬਾਰੇ ਵੀ ਦੱਸ ਦਿਓ ਕਦੋਂ ਖਤਮ ਹੋਵੇਗਾ, ਤੇ ਗੁਰੂ ਸਾਹਿਬ ਕਹਿਣ ਲੱਗੇ ਫਿਕਰ ਨਾ ਕਰੋ, ਕਾਲ ਦੇ ਜਾਣ ਦਾ ਸਮਾਂ ਹੋ ਗਿਆ ਹੈ, ਕਾਲ ਜਾਣ ਵਾਲਾ ਹੈ, ਜਲਦੀ ਹੀ ਮੀਂਹ ਪਵੇਗੀ, ਬਾਰਿਸ਼ ਪਵੇਗੀ। ਇੱਥੇ ਵੀ ਆ ਕਿਲ੍ਹਾ ਸਾਹਿਬ ਦੇ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਆਏ ਨਾ, ਇਹ ਗੱਲਾਂ ਹਿਰਦੇ ਤੋਂ ਅੱਗੇ ਜਾ ਰਹੀਆਂ। ਅੱਗੇ ਤੋਂ ਅੱਗੇ ਪੁਰਾਣੇ ਮਹਾਂਪੁਰਸ਼ਾਂ ਦੇ ਕੋਲੋਂ ਪਤਾ ਲੱਗਦਾ ਵੀ ਉਹਨਾਂ ਨੇ ਇੱਥੇ ਆ ਕੇ ਕੀ ਕੀ ਬਚਨ ਕੀਤੇ। ਤਾਂ ਇੱਥੇ ਹੀ ਆਪਣੇ ਬਠਿੰਡੇ ਦੇ ਲੋਕਾਂ ਨੇ ਬੇਨਤੀ ਕੀਤੀ ਸੀ ਕਿ ਮਹਾਰਾਜ ਸਾਡੇ ਕਾਲ ਪੈ ਜਾਂਦਾ, ਕਿੰਨਾ ਚਿਰ ਮੀਂਹ ਨਹੀਂ ਪੈਂਦਾ ਤੇ ਅਸੀਂ ਭੁੱਖੇ ਮਰਦੇ ਹਾਂ, ਫਸਲਾਂ ਨਹੀਂ ਹੁੰਦੀਆਂ ਪਾਣੀ ਤੋਂ ਬਗੈਰ। ਪਾਤਸ਼ਾਹ ਕਹਿੰਦੇ ਇੱਥੇ ਨਹਿਰਾਂ ਵੀ ਆਉਣਗੀਆਂ, ਮੀਂਹ ਵੀ ਪਿਆ ਕਰਨਗੇ, ਕਿ ਇੱਥੇ ਮੁੜ ਕੇ ਹੁਣ ਕਾਲ ਨਹੀਂ ਪੈਣਗੇ। ਪਾਤਸ਼ਾਹ ਜੀ ਨੂੰ ਸਿੱਖਾਂ ਨੇ ਕਿਹਾ, ਜਿਹੜੇ ਬਠਿੰਡੇ ਵਾਸੀ ਸਨ, ਜਿਹੜੇ ਪਾਤਸ਼ਾਹ ਜੀ ਨੂੰ ਹਾਜੀ ਰਤਨੋਂ ਲੈ ਕੇ ਇੱਥੇ ਆਏ ਸੀਗੇ, ਇਸ ਜਗ੍ਹਾ ਦੇ ਵਿੱਚ ਵਿਚਰੇ ਸਤਿਗੁਰੂ, ਸਿੱਖਾਂ ਨੇ ਕਿਹਾ ਮਹਾਰਾਜ ਕਾਲ ਖਤਮ ਕਰ ਦਿਓ, ਹੁਣ ਕਾਲ ਪਿਆ ਹੋਇਆ। ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ ਮਲਾਗਰ ਸਿਆ, ਹਾਂ ਮਹਾਰਾਜ, ਉਹ ਇੰਦਰ ਦੇ ਮਾਰ ਜੁੱਤੀ, ਉਹਨੂੰ ਕਹੇ ਹੁਣੇ ਮੀਂਹ ਪਾਵੇ ਤੇ ਕਾਲ ਖਤਮ ਕਰੇ। ਕਹੋ ਸਤਨਾਮ। ਭੈ ਵਿੱਚ ਪਵਨ ਵਹੈ ਸਦਵਾਓ, ਭੈ ਵਿੱਚ ਚੱਲੈ ਲੱਖ ਦਰਿਆਓ। ਸੇ ਗੁਰੂ ਦੀਆਂ ਰਮਜ਼ਾਂ ਨੂੰ ਸਮਝਣ ਵਾਲੇ ਹੁੰਦੇ ਹੈ। ਇੱਕ ਸਿੱਖ ਨੇ ਚੱਕੀ ਪਾਤਸ਼ਾਹ ਜੀ ਦੀ ਜੁੱਤੀ ਉੱਪਰ ਮਾਰੀ ਚਲਾ ਕੇ, ਤੇ ਜਦੋਂ ਜੁੱਤੀ ਆ ਕੇ ਥੱਲੇ ਡਿੱਗੀ, ਕਾਲੀ ਬੋਲੀ ਹਨੇਰੀ ਆ ਗਈ ਤੇ ਮੀਂਹ ਆ ਗਿਆ ਤੇ ਕਾਲ ਕਿਧਰੇ ਗਿਆ। ਇਹ ਤਾਂ ਸਭ ਸਤਿਗੁਰ ਦੇ ਹੱਥ ਵਿੱਚ ਹੈ। ਕੋ ਸਤਨਾਮ ਸ੍ਰੀ। ਪਾਤਸ਼ਾਹ ਕਹਿੰਦੇ ਅੱਜ ਤੋਂ ਬਾਅਦ ਤੁਹਾਡੇ ਜੰਗਲ ਦੇ ਇਲਾਕੇ 'ਚ ਕਾਲ ਨਹੀਂ ਪਊਗਾ। ਉਸ ਤੋਂ ਬਾਅਦ ਫਿਰ ਕਾਲ ਨਹੀਂ ਪਏ ਆਪਣੇ, ਫਿਰ ਨਹਿਰਾਂ ਵੀ ਆ ਗਈਆਂ, ਫਸਲਾਂ ਵੀ ਹੋਣ ਲੱਗੀਆਂ। ਪਾਤਸ਼ਾਹ ਦਾ ਕਹਿੰਦੇ ਤੁਹਾਡੇ ਇੱਥੇ ਅੰਬ ਵੀ ਹੋਇਆ ਕਰਨਗੇ, ਜਿਹੜੇ ਕਿਸੇ ਵੇਲੇ ਕੁਕੜੀਆਂ ਖਵਾਈਆਂ ਸੀਗੀਆਂ ਭਾਈ ਮਰਦਾਨੇ ਨੂੰ ਅੱਕਾਂ ਦੀਆਂ, ਅੰਬ ਕਹਿ ਕੇ, ਤੇ ਉਸ ਅਸਥਾਨ 'ਤੇ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਨਾਲ ਅੰਬ ਵੀ ਹੋਣ ਲੱਗੇ। ਫਲ ਫਰੂਟ ਦੇ ਕਿੰਨੇ ਬਾਗ ਲੱਗਦੇ ਆਪਣੇ, ਕਿੰਨੂਆਂ ਦੇ, ਸੰਤਰਿਆਂ ਦੇ, ਮਾਲਟਿਆਂ ਦੇ, ਅੰਬਾਂ ਦੇ। ਦਮਦਮਾ ਸਾਹਿਬ ਤਾਂ ਖਾਸ ਕਰਕੇ ਕਿਤਨੇ ਦਰਖਤ ਹਨ ਅੰਬਾਂ ਦੇ, ਜੋ ਹਰ ਸਾਲ ਉਹਨਾਂ ਨੂੰ ਬੂਰ ਪੈਂਦਾ ਤੇ ਅੰਬ ਲੱਗਦੇ ਆ। ਇਸ ਕਰਕੇ ਗੁਰੂ ਸਾਹਿਬ ਦੇ ਹੁਕਮ ਵਿੱਚ ਹੈ, ਸੰਗਤਾਂ ਕਹਿੰਦੀਆਂ ਜੀ ਕਾਲ ਵੀ ਖਤਮ ਕਰ ਦਿਓ, ਇਹ ਕਦੋਂ ਖਤਮ ਹੋਊਗਾ? ਕਹਿੰਦੇ ਬਸ ਸਮਾਂ ਹੋ ਗਿਆ ਹੈ, ਮੀਂਹ ਪੈਣ ਵਾਲਾ ਹੀ ਆ, ਸਾਰੀ ਦੁਨੀਆ ਦੇ ਵਿੱਚੋਂ ਕਾਲ ਟੁੱਟ ਜਾਵੇਗਾ ਦੋਹਰਾ। ਸਤਿਗੁਰਾਂ ਦੇ ਮੁਖ ਚੋਂ ਇਹ ਬਚਨ ਸੁਣ ਕੇ ਸਾਰਿਆਂ ਨੂੰ ਪੂਰਨ ਭਰੋਸਾ ਹੈ। ਸਾਧ ਜੇ ਬੋਲੇ ਸਹਿ ਸੁਭਾਏ, ਸਾਧ ਕਾ ਬੋਲਿਆ ਬਿਰਥਾ ਨਾ ਜਾਏ। ਸਤਿਗੁਰਾਂ ਦੇ ਚਰਨਾਂ ਵਿੱਚ ਨਾਲੇ ਮੱਥੇ ਟੇਕਦੇ ਆ ਸਿਰ ਧਰ ਕੇ, ਨਾਲੇ ਕਹਿੰਦੇ ਧੰਨੋ ਧੰਨੋ ਮਹਾਰਾਜ। ਤੁਸੀਂ ਤਾਂ ਪਰਮੇਸ਼ਰ ਹੋ, ਤੁਹਾਡੇ ਹੁਕਮ ਵਿੱਚ ਸਾਰੀ ਦੁਨੀਆ ਚੱਲਦੀ ਆ। ਭੈ ਵਿੱਚ ਪਵਨ ਵਹੈ ਸਦਵਾਓ, ਭੈ ਵਿੱਚ ਚੱਲੈ ਲੱਖ ਦਰਿਆਓ। ਭੈ ਵਿੱਚ ਅਗਨ ਕੱਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ। ਤੁਸੀਂ ਚਾਹੋ ਤਾਂ ਕੀ ਨਹੀਂ ਹੋ ਸਕਦਾ। ਇੱਦਾਂ ਇਹ ਸਾਖੀ ਸੰਪੂਰਨ ਹੋਈ। ਅਗਲੀ ਸਾਖੀ ਚੱਲਦੀ ਹੈ ਦੋਹਰਾ। ਇੱਕ ਦਿਨ ਬੈਠੇ ਸਤਿਗੁਰੂ, ਇੱਕ ਲੜਕਾ ਤਹਿ ਆਏ। ਕਰ ਬੰਧਨ ਸਨਮੁਖ ਘਰਿਓ, ਸੁੰਦਰ ਅੰਗ ਸਜਾਏ। ਅਗਲੀ ਸਾਖੀ ਚੱਲਦੀ ਹੈ। ਕਹਿੰਦੇ ਇੱਕ ਦਿਨ ਦੀ ਗੱਲ ਹੈ, ਸਤਿਗੁਰਾਂ ਦਾ ਦੀਵਾਨ ਸਜਿਆ। ਇੱਕ ਬੜਾ ਹੀ ਸੁੰਦਰ ਲੜਕਾ ਸਤਿਗੁਰਾਂ ਦੇ ਹਜ਼ੂਰ ਆ ਕੇ ਨਮਸਕਾਰ ਕਰਦਾ ਹੈ, ਮੱਥਾ ਟੇਕਦਾ ਹੈ। ਕਲਗੀ ਤਰਿ ਅਵਲੋਕ ਕੈ, ਬੋਲੇ ਤਿਸ ਕਲ। ਔਰ ਪਾਤਸ਼ਾਹ ਜੀ ਨੇ ਉਹਦੀ ਨਮਸਕਾਰ ਪ੍ਰਵਾਨ ਕੀਤੀ ਹੈ, ਕੋਲ ਬੁਲਾ ਲਿਆ ਹੈ।
ਔਰ ਪੁੱਛਣ ਲੱਗੇ ਏਕੋ ਸਤਲਰ ਕੀ ਕਹੋ ਕਿਸ ਪੁਰ ਮੈਂ ਛਾਲਾ। ਬੱਚਾ ਕਿੱਥੋਂ ਆਇਆ ਤੂੰ, ਕਿੱਥੇ ਹੈ ਤੇਰਾ ਘਰ, ਤੂੰ ਕਿਹਦਾ ਮੁੰਡਾ ਹੈ? ਯਾਦ ਗੋਦ ਹੈ ਕਵਨ ਤੋਏ ਸੁਣ ਤਾਹੇ ਬਤਾਇਓ। ਕੀ ਜਾਤੀ ਹੈ, ਕੀ ਗੋਤ ਹੈ ਤੁਹਾਡਾ, ਕੀ ਕਰਦਾ ਹੁੰਨਾ ਹੈ? ਸਤਿਗੁਰ ਸੱਚੇ ਪਾਤਸ਼ਾਹ ਮੈਂ ਸ਼ਰਣੀ ਆਇਓ। ਉਹ ਬੱਚਾ ਕਹਿਣ ਲੱਗਿਆ ਮਹਾਰਾਜ ਮੈਂ ਆਪ ਜੀ ਦੀ ਸ਼ਰਨ ਆਇਆ ਹਾਂ। ਆਹਰ ਖੰਡੇ ਕੀ ਲਈ ਮੌਲੇ ਕਾ ਬੇਟਾ। ਮਹਾਰਾਜ ਮੈਂ ਵੀ ਆਪ ਜੀ ਦੇ ਘਰ ਦਾ ਸਿੱਖ ਹਾਂ, ਖੰਡੇ ਦੀ ਪਹੁ ਲਈ ਹੋਈ ਹੈ, ਮੈਂ ਮੌਲੇ ਦਾ ਪੁੱਤਰ ਹਾਂ। ਇਤਨੇ ਲੀਨੇ ਚਰਨ ਕੀ ਕੁਛ ਦੀ ਤੁਮ ਭੇਟਾ। ਔਰ ਮਹਾਰਾਜ ਪਿਤਾ ਜੀ ਨੇ ਆਪ ਜੀ ਦੇ ਕੋਲੋਂ ਚਰਨ ਪਹੁਲ ਖੰਡੇ ਦੀ ਪਹੁਲ ਪ੍ਰਾਪਤ ਕੀਤੀ ਸੀ। ਆਪ ਜੀ ਦੇ ਹਜ਼ੂਰ ਪਿਤਾ ਜੀ ਨੇ ਕੁਝ ਭੇਟਾ ਵੀ ਭੇਜੀ ਹੈ। ਆਸੀ ਹੈ ਸਰਹੰਦ ਕੋ ਹਮ ਸਿੱਖ ਤੁਮਾਰੀ। ਅਸੀਂ ਸਰਹੰਦ ਦੇ ਰਹਿਣ ਵਾਲੇ ਆ ਮਹਾਰਾਜ, ਤੁਹਾਡੇ ਸਿੱਖ ਹਾਂ। ਸੁਨ ਬੋਲੇ ਸ਼੍ਰੀ ਸਤਿਗੁਰੂ ਆਪ ਕਰੋ ਚਾਰੀ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਅੱਛਾ ਫਿਰ ਹੁਣ ਕਿੱਥੇ ਰਹਿੰਦੇ ਹੋ ਔਰ ਆਇਆ ਕਿਵੇਂ ਹੈ ਇਹ ਵੀ ਦੱਸ। ਵਸਦੀ ਹੈ ਸਰਹੰਦ ਹੈ ਕਹਿ ਭਇਓ ਪੁਜਾਰੀ। ਅਨੰਦਪੁਰ ਸਾਹਿਬ ਬੈਠੇ ਆ ਪਾਤਸ਼ਾਹ, ਇਹ ਸਰਹੰਦ ਤੋਂ ਆਇਆ ਹੈ। ਪਾਤਸ਼ਾਹ ਕਹਿੰਦੇ ਉਹ ਸਰਹੰਦ ਵਸਦਾ ਕਿ ਉੱਜੜ ਗਿਆ? ਅਪਰਾਧੀ ਹੋਵੇ ਕਿ ਤੁਰਕ ਵਸ ਜਿਸੀ ਮਜਾਰੀ। ਕਿਉਂਕਿ ਉਹ ਸਰਹੰਦ ਅਪਰਾਧੀਆਂ ਦੀ ਹੈ, ਪਾਪੀਆਂ ਦੀ ਹੈ, ਜਿਸ ਸਰਹੰਦ ਦੇ ਵਿੱਚੋਂ ਤੂੰ ਆਇਆ ਹੈ। ਸੁਣ ਸਨਿਆਰੇ ਪਹਿਲ ਸਿੰਘ ਕਰ ਜੋਰ ਬਖਾਨਾ। ਇਹ ਸਿੱਖ ਦਾ ਨਾਮ ਹੈ ਪਹਿਲ ਸਿੰਘ। ਇਹ ਹੱਥ ਬੰਨ ਕੇ ਕਹਿਣ ਲੱਗਿਆ ਹੋਈ ਐ ਸਭ ਪ੍ਰਕਾਰ ਤੂੰ ਜਿਨ ਗੁਰੂ ਕੋ ਭਾਨਾ। ਇਹ ਕਹਿਣ ਲੱਗਿਆ ਮਹਾਰਾਜ ਜਿਵੇਂ ਤੁਹਾਡੀ ਮਰਜ਼ੀ ਉਵੇਂ ਹੀ ਹੁੰਦਾ ਹੈ। ਪਾਤਸ਼ਾਹ ਨੇ ਪੁੱਛਿਆ ਸਰਹੰਦ ਉਜੜੀ ਹੈ ਕਿ ਵਸਦੀ ਹੈ? ਕਹਿੰਦੇ ਜੀ ਜਿਵੇਂ ਤੁਹਾਡਾ ਹੁਕਮ ਹੁੰਦਾ ਹੈ ਉਵੇਂ ਹੀ ਹੁੰਦਾ ਹੈ। ਅਬ ਤੋ ਨੈ ਵਸਤੀ ਤਜਿਓ ਟਿਕ ਆਏ ਤੁਮਾਰੀ। ਜਦੋਂ ਮੈਂ ਆਇਆ ਉਹ ਤਾਂ ਮੈਂ ਵਸਦੀ ਛੱਡ ਕੇ ਆਇਆ ਸੀਗਾ। ਹੁਣ ਕੀ ਪਤਾ ਪਾਤਸ਼ਾਹ ਤਾਂ 1 ਮਿੰਟ ਵਿੱਚ ਕੁਝ ਵੀ ਪਰਲੋਂ ਲਿਆ ਸਕਦੇ ਆ। ਕਹਿੰਦਾ ਜਦੋਂ ਮੈਂ ਆਇਆ ਸੀ ਉਹ ਤਾਂ ਵਸਦੀ ਛੱਡ ਕੇ ਆਇਆ ਸੀ। ਗੁਰੂ ਕਹਿਓ ਘਰ ਕੋ ਜੋ ਨਾ ਰਾਖੋ ਤੁਹੇ ਸੰਗਾਰੀ। ਪਾਤਸ਼ਾਹ ਕਹਿੰਦੇ ਹੋਰ ਤੁਸੀਂ ਕੌਣ ਕੌਣ ਹੋ ਕਿ ਇਕੱਲਾ ਹੀ ਆਇਆ ਹੈ? ਬੋਰ ਕਹਿਓ ਲਲ ਕੀ ਤਵੇ ਪਿਤ ਮਿਰਤ ਜਨਾ ਥੋਰੀ। ਉਹ ਬੱਚਾ ਕਹਿੰਦਾ ਜੀ ਮੇਰਾ ਪਿਤਾ ਥੋੜੇ ਦਿਨ ਪਹਿਲਾਂ ਗੁਜ਼ਰ ਗਿਆ ਹੈ। ਮਾਤਾ ਆਈ ਹੈ ਇਹਾਂ ਤੁਮ ਚਰਨ ਹੋਰੀ। ਅਸੀਂ ਮਾਂ ਪੁੱਤ ਦੋਨੇ ਆਏ ਹਾਂ ਤੁਹਾਡੇ ਚਰਨਾਂ ਵਿੱਚ। ਕਹਿ ਗੁਰ ਰਹੋ ਹਜੂਰ ਅਬ ਮਾਤ ਭੀ ਰਖ ਪਾਸੀ। ਤੋ ਹੁਣ ਗੁਰੂ ਨਾਨਕ ਦਾ ਘਰ ਹੈ ਇੱਥੇ, ਜੋ ਸ਼ਰਨ ਆਵੇ ਤਿਸ ਕੰਠ ਲਗਾਵੇ। ਬਿਰਧ ਸੁਆਮੀ ਸੰਧਾ ਨਿਮਾਣਿਆਂ ਦਾ ਮਾਣ, ਨਿਆਸਰਿਆਂ ਦਾ ਆਸਰਾ, ਗੁਰੂ ਨਾਨਕ ਦਾ ਘਰ। ਪਾਤਸ਼ਾਹ ਕਹਿੰਦੇ ਕੋਈ ਗੱਲ ਨਹੀਂ, ਇੱਥੇ ਰਹਿਣਾ ਤੁਸੀਂ, ਮਾਤਾ ਨੂੰ ਵੀ ਕੋਲੇ ਰੱਖ ਲਾ, ਰਹੋ ਸਾਡੇ ਕੋਲ। ਹੁਣ ਦਰ ਕੀ ਤਿਮ ਹੀ ਕਰੀ ਜਿਮ ਪ੍ਰਭੂ ਪ੍ਰਕਾਸ਼ੀ। ਜਿਵੇਂ ਪਾਤਸ਼ਾਹ ਜੀ ਨੇ ਹੁਕਮ ਕੀਤਾ ਉਹ ਬੱਚਾ ਕਹਿਣ ਲੱਗਿਆ ਜੀ ਠੀਕ ਹੈ, ਰਹਿ ਪੈਂਦਾ। ਇੱਕ ਖਤਰੀ ਤੇ ਲੀਨ ਕਰ ਤੈ ਮਾਤ ਵਸਾਈ। ਪਾਤਸ਼ਾਹ ਜੀ ਨੇ ਉੱਥੋਂ ਕੋਈ ਖਾਲੀ ਘਰ ਦੇਖਿਆ ਕਿਸੇ ਖੱਤਰੀ ਦਾ, ਤੇ ਇਹਨਾਂ ਦੀ ਉੱਥੇ ਰਿਹਾਇਸ਼ ਮਾਂ ਪੁੱਤਾਂ ਦੀ ਕਰਵਾ ਦਿੱਤੀ ਆ। ਗੁਰ ਹਜੂਰ ਨੇ ਵੀ ਲਗਿਓ ਦਿਨ ਕਿਸ ਕੋ ਬਤਾਈ। ਇਹ ਉਹਨੇ ਗੁਰੂ ਘਰ ਰਹਿਣ ਲੱਗੇ ਆ, ਮਾੜੀ ਮੋਟੀ ਸੇਵਾ ਵੀ ਕਰਦਾ ਹੈ, ਲੰਗਰ ਵੀ ਇੱਥੋਂ ਮਿਲਦਾ ਹੈ। ਇਹ ਸੁਨਿਆਰਾਂ ਦਾ ਮੁੰਡਾ ਹੈ ਗੁਰੂ ਪਿਆਰਿਓ। ਪਹਿਲ ਸਿੰਘ ਮੌਲਾ ਸਿੰਘ ਦਾ ਪੁੱਤਰ ਹੈ ਔਰ ਇਹ ਰਹਿਣ ਲੱਗਿਆ ਹੁਣ ਗੁਰੂ ਕੀ ਹਜ਼ੂਰੀ ਵਿੱਚ। ਬੂਝਿਓ ਗੋਰੇ ਕਦੇ ਨ ਵਿਖੀ ਕੋ ਸਿਖਾਂ ਪਾਹੀ। ਇੱਕ ਦਿਨ ਪਾਤਸ਼ਾਹ ਆਪਣੀ ਮੌਜ ਵਿੱਚ ਬੈਠੇ ਬੈਠੇ ਕਹਿੰਦੇ ਸਿੱਖਾ ਇਹ ਗੱਲ ਦੱਸ। ਕੰਮ ਜੋ ਹੈ ਸੁਨਿਆਰ ਤੂੰ ਜਾਣਤ ਕੈ ਨਾਹੀ। ਤੂੰ ਸੁਨਿਆਰਾਂ ਦਾ ਮੁੰਡਾ? ਕਹਿੰਦਾ ਹਾਂ ਜੀ। ਕਹਿੰਦੇ ਸੁਨਿਆਰੇ ਦਾ ਕੰਮ ਕਰ ਲੈਣਾ ਭਲਾ ਤੂੰ? ਕਹਿ ਲਰਗਾ ਤੁਮ ਕਿਰਪਾ ਦੀ ਆਪਣੋ ਸਭ ਕੰਮ। ਹਾਂ ਮਹਾਰਾਜ ਤੁਹਾਡੀ ਕਿਰਪਾ ਨਾਲ ਆਉਂਦਾ ਹੈ। ਜੀਵਰ ਸ਼ਗਰੀ ਰੀਤ ਕੀ ਕਰਹੁ ਅਬਿਰਾਮੋ। ਮੈਂ ਗਹਿਣੇ ਘੜ ਲੈਣਾ ਸੋਨੇ ਦੇ। ਹੁਕਮ ਕਰਿਓ ਪ੍ਰਭੂ ਲੇਹੁ ਅਬ ਇੱਕ
ਦਿਕਸ ਦਿਨਾਰ ਗੁਰੂ ਪਾਤਸ਼ਾਹ ਜੀ ਕਹਿੰਦੇ ਐਂ ਕਰ ਫਿਰ ਤੂੰ 11 ਅਸ਼ਰਫੀਆਂ ਲੈ ਜਾ ਸੋਨੇ ਦੀਆਂ ਆਨੰਦ ਭੂਖਨ ਕਰ ਪਰੋ ਹਮ ਕਰੇ ਨਿਹਾਰ ਔਰ ਗਹਿਣੇ ਬਣਾ ਕੇ ਦਿਖਾ ਸਾਨੂੰ ਕੌਸ ਪਸਨ ਗੁਰੂ ਹੁਕਮ ਕੋ ਦੀਨ ਸੁਤਤ ਕਾਲਾ ਖਜ਼ਾਨਚੀ ਨੇ ਉਹਨੂੰ 10 ਮੋਹਰਾਂ 11 ਮੋਹਰਾਂ ਦੇ ਦਿੱਤੀਆਂ ਕਰਨ ਲਗਿਓ ਭੂਖਨ ਪਰੋ ਚਤਰੀ ਵਸਾਲਾ ਔਰ ਬੜੀ ਸਿਆਣਪ ਦੇ ਨਾਲ ਇਹ ਗਹਿਣੇ ਘੜਨ ਲੱਗਿਆ ਅਲੰਕਾਰ ਸੰਗਰ ਕਰਿਓ ਪ੍ਰਭ ਟਿਕ ਗੁਰੀ ਆਇਓ ਔਰ 11 ਤੋਲੇ ਸੋਨਾ 11 ਅਸ਼ਰਫੀਆਂ 11 ਮੋਹਰਾਂ ਦਾ ਇਹ ਘੜ ਕੇ ਜਿਹੜਾ ਵੀ ਚੀਜ਼ ਪਾਤਸ਼ਾਹ ਨੇ ਕਹੀ ਬਣਾ ਕੇ ਲੈ ਆਇਆ ਇੱਕ ਬਰਸਨ ਤੇ ਪ੍ਰਭ ਪਰੀ ਸ਼੍ਰੀ ਵਦਨ ਮਦਾਇਓ ਪਾਤਸ਼ਾਹ ਜੀ ਇਸ ਦੀ ਕਢਾਈ ਦੇਖ ਕੇ ਕਲਾਕਾਰੀ ਦੇਖ ਕੇ ਬੜੇ ਖੁਸ਼ ਹੋਏ ਕਹਿੰਦੇ ਵੀ ਠੀਕ ਹੈ ਔਸ਼ਕ ਸੂਪਿਓ ਤਵੇ ਜੀਤ ਕੋ ਜੈ ਹਿਮਾ ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਖਜ਼ਾਨਚੀ ਨੂੰ ਕਹਿਣ ਲੱਗੇ ਕਿਉਂਕਿ ਸਤਿਗੁਰਾਂ ਕੋਲੇ ਸੋਨਾ ਆਉਂਦਾ ਸੀ ਸੰਗਤ ਚੜਾਉਂਦੀ ਸੀ ਹੁਣ ਵੀ ਹਰਿਮੰਦਰ ਸਾਹਿਬ ਇੱਕ ਸ਼ੀਸ਼ਾ ਲੱਗਿਆ ਉੱਥੇ ਵਿਹੜੇ ਦੇ ਵਿੱਚ ਜਿਹਦੇ ਵਿੱਚ ਸੰਗਤਾਂ ਕੋਈ ਛਾਪ ਕੋਈ ਮੁੰਦਰੀ ਕੋਈ ਛੱਲਾ ਆਦਿ ਆਪਣੇ ਵੱਲੋਂ ਵਿੱਤ ਮੁਤਾਬਕ ਭੇਟਾ ਉਹਦੇ ਵਿੱਚ ਪਾਏ ਆਉਂਦੇ ਆ ਫਿਰ ਉਹ ਸੋਨਾ ਇਕੱਠਾ ਕਰਕੇ ਗੁੰਬਦਾਂ ਦੇ ਉੱਤੇ ਚੜਾਇਆ ਜਾਂਦਾ ਤੋ ਸਤਿਗੁਰਾਂ ਕੋਲੇ ਐਡਾ ਟੁੱਟਵਾਂ ਸੋਨਾ ਆਉਂਦਾ ਸੀ ਕੋਈ ਸੰਗਤ ਕੋਈ ਭੇਟ ਕਰ ਗਈ ਕੋਈ ਭੇਟ ਕਰ ਗਈ ਤੇ ਪਾਤਸ਼ਾਹ ਜੀ ਨੇ ਖਜ਼ਾਨਚੀ ਨੂੰ ਕਿਹਾ ਵੀ ਐਦਾਂ ਕਰ ਜਿਹੜਾ ਤੇਰੇ ਕੋਲੇ ਸੋਨਾ ਪਿਆ ਨਾ ਐ ਖਿੰਡਿਆ ਖੁੰਡਿਆ ਜਾ ਇਹ ਸੁਨਿਆਰਾਂ ਦਾ ਮੁੰਡਾ ਇਹਨੂੰ ਫੜਾ ਦਿਆ ਕਰ ਔਰ ਇਹਦੇ ਕੋਲੋਂ ਕੜੇ ਬਣਵਾ ਕੇ ਰੱਖ ਲੈ ਸੋਨਾ ਇਕੱਠਾ ਜਾ ਹੋ ਜਾਊਗਾ ਖਿੰਡਣ ਨਾਲੋਂ ਉਹ ਕਹਿਣ ਲੱਗਿਆ ਜੀ ਠੀਕ ਹੈ ਤੇ ਖਜ਼ਾਨਚੀ ਨੇ ਗੁਰੂ ਪਿਆਰਿਓ ਉਸ ਸੁਨਿਆਰੇ ਸਿੱਖ ਨੂੰ ਕਹਿੰਦੇ ਸੋਨਾ ਦੇਣਾ ਸ਼ੁਰੂ ਕੀਤਾ ਹੈ ਔਰ ਇਸ ਨੂੰ ਸੋਨਾ ਦੇ ਦਿਆ ਕਰ ਤੇ ਕਢਾ ਕੇ ਖਜ਼ਾਨੇ ਵਿੱਚ ਕੜੇ ਬਣਾ ਕੇ ਰੱਖ ਦਿਆ ਕਰੋ ਔਰ ਫਿਰ ਖਜ਼ਾਨੇ ਵਿੱਚ ਜਮ੍ਹਾਂ ਕਰ ਲਿਆ ਕਰੋ ਲੈ ਕੇ ਥੋੜੇ ਦਿਨਾਂ ਦੇ ਵਿੱਚ ਹੀ ਬਹੁਤ ਕੰਮ ਕਰ ਦੂਗਾ ਮੁੰਡਾ ਸਿਆਣਾ ਬਹੁਤ ਹੈ ਔਰ ਫਿਰ ਪਾਤਸ਼ਾਹ ਜੀ ਉਸ ਬੱਚੇ ਨਾਲ ਗੱਲਾਂ ਕਰਨ ਲੱਗ ਪਏ ਖਜ਼ਾਨਚੀ ਨੂੰ ਕਹਿ ਕੇ ਕਹਿੰਦੇ ਪੁੱਤ ਤੈਨੂੰ ਕੋਈ ਵਕਾਰ ਤਾਂ ਨਹੀਂ ਕੋਈ ਨਸ਼ਾ ਤਾਂ ਨਹੀਂ ਕੋਈ ਐਬ ਤਾਂ ਨਹੀਂ ਤੂੰ ਕੋਈ ਗਲਤ ਕੰਮ ਤਾਂ ਨਹੀਂ ਕਰਦਾ ਉਹ ਬੱਚਾ ਕਹਿਣ ਲੱਗਿਆ ਨਹੀਂ ਮਹਾਰਾਜ ਤੁਹਾਡੀ ਕਿਰਪਾ ਮੈਨੂੰ ਕੋਈ ਐਬ ਨਹੀਂਗਾ ਤੁਹਾਡੀ ਕਿਰਪਾ ਸਦਕਾ ਬਾਪੂ ਦੀ ਕਿਰਪਾ ਸਦਕਾ ਸਤਸੰਗ ਵਿੱਚ ਪਾਲਣਾ ਪੋਸ਼ਣਾ ਹੋਈ ਆ ਗੁਰੂ ਕਹੋ ਜਾ ਗੁਣ ਵਡੂ ਇਹਟਾ ਹੋਤ ਵਿਕਾਰ ਬਿਨ ਵਿਕਾਰ ਜੋ ਗੁਣੀ ਹੋਏ ਕੀਮਤ ਪਾਈ ਉਦਾਰੇ ਹੁਣ ਗੱਲ ਸਹੀ ਹੈ ਪਾਤਸ਼ਾਹ ਜੀ ਦੀ ਜਿੱਥੇ ਬੰਦੇ ਵਿੱਚ ਗੁਣ ਹੁੰਦੇ ਆ ਉੱਥੇ ਕੋਈ ਨਾ ਕੋਈ ਔਗਣ ਜ਼ਰੂਰ ਹੁੰਦਾ ਕਹੋ ਸਤਨਾਮ ਸ੍ਰੀ ਟੋਟਲ ਹੀ ਨਿਰਾ ਹੀ ਗੁਣਾਂ ਦਾ ਭਰਿਆ ਤਾਂ ਪਰਮੇਸ਼ਰ ਹੈ ਮਨੁੱਖ ਜਿਹੜਾ ਹੈ ਇਹਦੇ ਵਿੱਚ ਕੋਈ ਨਾ ਕੋਈ ਔਗਣ ਜ਼ਰੂਰ ਹੁੰਦਾ ਪਾਤਸ਼ਾਹ ਕਹਿੰਦੇ ਮੇਰੇ ਕੰਮ ਤੇਰਾ ਬੜਾ ਚੰਗਾ ਹੈ ਇਹ ਤੇਰੇ 'ਚ ਗੁਣ ਬੜਾ ਤਕੜਾ ਸੋਨੇ ਦੇ ਗਹਿਣੇ ਘੜਨ ਦਾ ਤੂੰ ਬਹੁਤ ਸਿਆਣਾ ਹੈ ਚਲੋ ਸਾਡਾ ਸਿੱਖ ਵੀ ਬਣ ਗਿਆ ਪਰ ਤੇਰੇ ਵਿੱਚ ਕੋਈ ਔਗਣ ਤਾਂ ਨਹੀਂ ਹੈਗਾ ਔਰ ਗੁਣੀ ਹੋਵੇ ਵਿਕਾਰਾਂ ਤੋਂ ਰਹਿਤ ਹੋਵੇ ਉਹ ਤਾਂ ਬੜਾ ਕੀਮਤੀ ਮਨੁੱਖ ਹੁੰਦਾ ਹੈ ਉਹਦਾ ਤਾਂ ਮੁੱਲ ਹੀ ਕੋਈ ਨਹੀਂ ਬੰਦੇ 'ਚ ਗੁਣ ਵੀ ਹੋਵੇ ਪਰ ਕਿਸੇ ਨੂੰ ਗਾਲਾਂ ਨਾ ਕੱਢਦਾ ਹੋਵੇ ਚੋਰੀ ਨਾ ਕਰਦਾ ਹੋਵੇ ਠੱਗੀ ਨਾ ਮਾਰਦਾ ਹੋਵੇ ਮਾੜਾ ਨਾ ਬੋਲਦਾ ਹੋਵੇ ਗੁਣ ਹੋਣ ਗੁਣ ਹੁੰਦਿਆਂ ਹੋਇਆਂ ਫਿਰ ਆਪਣੇ ਸਾਥੀਆਂ ਨਾਲ ਗਲਤ ਵਰਤਾਓ ਨਾ ਕਰਦਾ ਹੋਵੇ ਚੰਗੀ ਗੱਲ ਹੈ ਉਸ ਬੰਦੇ ਦਾ ਤਾਂ ਮੁੱਲ ਹੀ ਕੋਈ ਨਹੀਂ ਜਿਹਦੇ ਵਿੱਚ ਇੱਕ ਵੀ ਵਿਕਾਰ ਨਾ ਹੋਵੇ ਗੁਣਾਂ ਦਾ ਹੀ ਭਰਿਆ ਹੋਵੇ ਇਹੋ ਜੀ ਮੂਰਤ ਤੋਂ ਗੋਰਖਨਾਥ ਵਰਗੇ ਨਾ ਮਨੁੱਖ ਨੂੰ ਮੂਰਤ ਕਹਿੰਦੇ ਹੁੰਦੇ ਸੀਗੇ ਤੋ ਇੱਥੇ ਮੂਰਤ ਸ਼ਬਦ ਵਰਤੇ ਆ ਭਾਈ ਸਾਹਿਬ ਨੇ ਤਾਂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਫਿਰ ਇਹ ਨਾਨਕ ਇਹੋ ਜਿਹੇ ਸਰੂਪ ਤੋਂ ਇਹੋ ਜਿਹੇ ਸਰੀਰ ਤੋਂ ਕੁਰਬਾਨ ਜਾਂਦਾ ਬਲਿਹਾਰੇ ਜਾਂਦਾ ਜੇ ਕੋਈ ਇਹੋ ਜਿਹਾ ਸਿੱਖ ਮੈਨੂੰ ਲੱਭ ਜੇ ਜਿਹਦੇ ਵਿੱਚ ਔਗਣ ਕੋਈ ਨਾ ਹੋਵੇ ਗੁਣਾਂ ਦਾ ਭਰਿਆ ਹੋਵੇ ਇਹ ਨਾਨਕ ਗੁਰੂ ਸਾਹਿਬ ਜੀ ਕਹਿੰਦੇ ਮੈਂ ਉਸ ਤੋਂ ਬਲਿਹਾਰੇ ਜਾਵਾਂ ਜੇ ਤੇਰੇ 'ਚ ਕੋਈ ਗੁਣ ਨਾ ਔਗਣ ਨਾ ਹੋਵੇ ਲਗਿਓ ਸਨਾਰਾ ਪੜਨ ਕੋ
ਆਪੇ ਲੈ ਦਿੱਤਾ। ਤੋ ਚਲੋ ਇਹ ਗੱਲਾਂ ਬਾਤਾਂ ਹੋਈਆਂ, ਬੱਚਾ ਮੰਨ ਗਿਆ, ਕਹਿੰਦਾ ਜੀ ਕੋਈ ਔਗਣ ਨਹੀਂ। ਕਹਿੰਦੇ ਚੰਗੀ ਗੱਲ ਆ ਪੁੱਤ, ਔਗਣ ਨਹੀਂ ਹੋਣਾ ਚਾਹੀਦਾ ਬੰਦੇ 'ਚ। ਜੇ ਨਹੀਂ ਹੈਗਾ ਤਾਂ ਚੰਗੀ ਗੱਲ ਹੈ, ਜੇ ਹੈਗਾ ਤਾਂ ਦੱਸ ਦੇ। ਪਰ ਉਹਨੇ ਨਹੀਂ ਦੱਸਿਆ। ਕਹਿਣ ਲੱਗਿਆ ਜੀ ਕੋਈ ਔਗਣ ਨਹੀਂ। ਚੱਲ ਠੀਕ ਹੈ, ਫਿਰ ਇਹ ਖਜ਼ਾਨਚੀ ਤੋਂ ਲੈ ਜਾ ਕਰ ਸੋਨਾ ਤੇ ਉਹਦੇ ਕੜੇ ਬਣਾ ਕੇ ਤੇ ਜਮ੍ਹਾਂ ਕਰਾ ਦਿਆ ਕਰ। ਹੁਣ ਇਹ ਰੋਜ਼ਾਨਾ ਖਜ਼ਾਨਚੀ ਕੋਲ ਆਉਂਦਾ, ਖਜ਼ਾਨੀ ਬਾਟੀ ਭਰ ਕੇ ਸਿਉਣੇ ਦੀ ਫੜਾ ਦਿੰਦਾ ਬਿਨਾਂ ਤੋਲਿਆ ਜੋਖਿਆ। ਭਰਿਆ ਭਾਂਡਾ ਕੋਈ ਵੀ ਭਰਿਆ, ਥੈਲੀ ਭਰੀ ਫੜਾ ਤਾਂ ਲੈ ਵੀ ਲੈ ਜਾ, ਔਰ ਉਹਦੇ ਕੜੇ ਬਣਾ ਕੇ ਲਿਆ ਕੇ ਫੜਾ ਦਿੰਦਾ ਹੈ ਜੀ। ਇੱਕ ਦਿਨ ਕਹਿਓ ਸਤਿਗੁਰ ਸਮਝਾਈ। ਸਤਿਗੁਰ ਵੀ ਸਾਡੇ ਚੋਜੀ ਸੀ, ਪਿੱਛੇ ਦੇਖਿਆ ਆਪਾਂ ਕਿਸ ਤਰ੍ਹਾਂ ਪਰਖਾਂ ਕੀਤੀਆਂ। ਕਦੇ ਬ੍ਰਾਹਮਣਾਂ ਨੂੰ ਪਰਖਿਆ, ਕਦੇ ਜੋਗੀਆਂ ਨੂੰ ਪਰਖਿਆ, ਕਦੇ ਸਿੱਖਾਂ ਨੂੰ ਵੀ ਪਰਖਿਆ। ਤਲਵਾਰ ਕੱਢ ਕੇ ਜਦੋਂ ਸਿਰ ਮੰਗੇ ਕੋ ਸਤਨਾਮ। ਅੱਜ ਇਹ ਸਿੱਖ ਸੁਨਿਆਰੇ ਦੀ ਵੀ ਪਰਖ ਪੈ ਗਈ ਹੈ। ਤੇ ਗੁਰੂ ਪਿਆਰਿਓ ਪਾਤਸ਼ਾਹ ਜੀ ਫਿਰ ਕੀ ਕਹਿੰਦੇ, ਉਸ ਨੂੰ ਖਜ਼ਾਨਚੀ ਨੂੰ ਕੱਲੇ ਨੂੰ ਸੱਦ ਕੇ ਕਹਿੰਦੇ ਗੱਲ ਸੁਣ। ਤੂੰ ਸਿਉਣਾ ਦੇਣਾ ਉਹ ਬੱਚੇ ਨੂੰ ਘੜੇ ਬਣਾਉਣ ਵਾਸਤੇ, ਤੋਲ ਕੇ ਦੇਣਾ ਕਿ ਬਿਨਾਂ ਤੋਲਿਆ? ਕਹਿੰਦਾ ਮੈਂ ਤਾਂ ਜੀ ਐਂ ਫੜਾ ਦੇਣਾ। ਕਹਿੰਦੇ ਚੰਗਾ ਹੁਣ ਤੋਲ ਕੇ ਦੇਈ, ਪਰ ਉਹਨੂੰ ਪਤਾ ਨਾ ਲੱਗੇ ਵੀ ਤੋਲਿਆ। ਦਿਨਾਰ ਹੁੰਦਾ ਵਜਨ। ਦਿਨਾਰ ਕਹਿੰਦੇ ਆ ਸੋਨੇ ਦੀ ਮੋਹਰ ਨੂੰ। ਪਹਿਲਾਂ ਮੋਹਰਾਂ ਦੇ ਵਿੱਚ ਸੋਨਾ ਦਾ ਜਿਹੜਾ ਹੈ ਵਜਨ ਵੀ ਹੁੰਦਾ ਸੀ। 12 ਗ੍ਰਾਮ ਦੀ ਮੋਹਰ ਹੋਇਆ ਕਰਦੀ ਸੀ, ਉਹਨੂੰ ਦਿਨਾਰ ਕਹਿੰਦੇ ਸੀ। ਪਾਤਸ਼ਾਹ ਕਹਿੰਦੇ ਐਦਾਂ ਕਰੀ, ਉਹਨੂੰ ਤੋਲ ਕੇ 20 ਦਿਨਾਰ ਭਾਵ 20 ਤੋਲੇ ਸੋਨਾ ਦੇਈ, ਤੋਲ ਕੇ ਚੋਰੀਆਂ ਤੋਲ ਲਈ, ਉਹਨੂੰ ਪਤਾ ਨਾ ਲੱਗੇ। ਪਿਆਰ ਕਰਿਓ ਜਬ ਲਿਆਏ ਤੇ ਪ੍ਰਭ ਨਿਕਟ ਮੰਗਾਈ। ਔਰ ਜਦੋਂ ਉਹ ਕੜੇ ਬਣਾ ਕੇ ਲਿਆਵੇ ਤੇ ਫਿਰ ਮੇਰੇ ਕੋਲ ਲੈ ਕੇ ਆਈ ਉਹਨੂੰ। ਕਹਿਣ ਲੱਗਿਆ ਜੀ ਠੀਕ ਹੈ। ਤੋਲੇ ਧਰ ਕਰ ਤੋਲਾ ਪਰ ਤਹੀਂ ਹੋਰ 17। ਔਰ ਉਸ ਖਜ਼ਾਨਚੀ ਨੇ 20 ਤੋਲੇ ਜਿਹੜਾ ਸੀ, 20 ਮੋਹਰਾਂ ਦਾ ਸੋਨਾ ਜਿਹੜਾ ਹੈ ਉਹ ਸਿੱਖ ਸੁਨਿਆਰੇ ਨੂੰ ਦੇ ਦਿੱਤਾ। ਤੇ ਉਹ ਕੜੇ ਬਣਾ ਕੇ ਲਿਆਇਆ। ਤੇ ਖਜ਼ਾਨਚੀ ਕਹਿੰਦੇ ਚਲੋ ਪਾਤਸ਼ਾਹ ਕੋਲੇ ਦਰਸ਼ਨ ਕਰਦੇ ਆ। ਉਹਦੇ ਕੋਲੇ ਲਿਆਇਆ, ਨਾਲ ਹੀ 17 ਆਪਣਾ ਕੜੇ ਬਣੇ ਹੋਏ, ਗਿਣਤੀ 'ਚ ਪਤਾ ਨਹੀਂ ਕਿੰਨੇ ਹੈ, ਸਤਿਗੁਰਾਂ ਦੇ ਹਜ਼ੂਰ ਆ ਗਿਆ ਹੈ। ਤੇ ਪਾਤਸ਼ਾਹ ਜੀ ਨੇ ਜਦੋਂ ਤੋਲਿਆ, ਔਰ ਪਾਤਸ਼ਾਹ ਖਜ਼ਾਨਚੀ ਨੂੰ ਕਹਿੰਦੇ ਵੀ ਕਿੰਨਾ ਦਿੱਤਾ ਸੋਨਾ? ਕਹਿੰਦਾ ਜੀ 20 ਤੋਲੇ। ਕਹਿੰਦੇ ਹੁਣ ਕਿੰਨੇ ਆ ਕੜੇ ਦੇਖ ਤਾਂ। ਔਰ ਖਜ਼ਾਨਚੀ ਕਹਿੰਦਾ ਜੀ ਮੈਂ ਤੋਲ ਲਏ ਸੀਗੇ, 17 ਤੋਲੇ ਆ। ਪਾਤਸ਼ਾਹ ਕਹਿੰਦੇ ਮੇਰੇ ਸਾਹਮਣੇ ਤੋਲ। ਔਰ ਗੁਰੂ ਪਿਆਰਿਓ ਹੁਣ ਜਦੋਂ ਵਿੱਚ 3 ਤੋਲੇ ਸੋਨਾ ਹੀ ਘੱਟ ਹੈ, 3 ਮੋਹਰਾਂ ਦਾ, 17 ਤੋਲੇ ਸੋਨਾ ਰਹਿ ਗਏ ਆ। ਕਹਿੰਦੇ ਪਾਤਸ਼ਾਹ ਦੇ ਸਾਹਮਣੇ ਸੋਨਾ ਤੋਲਿਆ, ਦਿੱਤਾ 20 ਤੋਲੇ ਸੀਗਾ, ਇੰਨਾ ਤਾਂ ਮੱਚਦਾ ਵੀ ਨਹੀਂ। ਉਹ ਕੋ ਸਤਨਾਮ ਸੀ। ਤੇ ਪਾਤਸ਼ਾਹ ਕਹਿੰਦੇ ਵੀ ਕੀ ਗੱਲ ਹੈ, 3 ਤੋਲੇ ਸੋਨਾ ਘਟ ਕਿਉਂ ਗਿਆ, ਮੱਚ ਗਿਆ? ਸੁਨਿਆਰ ਤਾਂ ਕਹਿੰਦੇ ਵੈਸੇ ਜੀ ਮੱਚ ਜਾਂਦਾ ਜੀ, ਮੈਲ ਮੂਲ ਹੁੰਦੀ ਹੈ, ਪਰ ਮੈਲ ਕਿਹੜੀ ਹੁੰਦੀ ਹੈ? ਤਾਂ ਗੁਰੂ ਪਿਆਰਿਓ ਪਾਤਸ਼ਾਹ ਕਹਿੰਦੇ ਕੀ ਗੱਲ ਬਈ, ਤੈਨੂੰ ਮੈਂ ਉਦਨੇ ਪੁੱਛਿਆ ਸੀਗਾ ਕੋਈ ਔਗਣ ਤਾਂ ਨਹੀਂ? ਤੂੰ ਕਹੇ ਸੀ ਜੀ ਮੇਰੇ 'ਚ ਕੋਈ ਔਗਣ ਨਹੀਂ। ਤੇ ਆਹ ਔਗਣ ਨਹੀਂ ਹੈਗਾ। ਔਗਣ ਤਾਂ ਕਈ ਤਰ੍ਹਾਂ ਦਾ ਹੋ ਸਕਦਾ, ਮਨੁੱਖ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਹੋ ਸਕਦਾ। ਇਹ 17 ਤੋਲੇ ਕਿਉਂ ਰਹਿ ਗਿਆ? ਪੁੱਤਰ ਤੂੰ ਉਹਦੇ ਕਹਿੰਦਾ ਸੀਗਾ ਮਹਾਰਾਜ ਮੇਰੇ ਮਨ ਵਿੱਚ ਕੋਈ ਐਬ ਨਹੀਂ, ਕੋਈ ਔਗਣ ਨਹੀਂ, ਮੈਂ ਤਾਂ ਸਤਸੰਗੀ ਹਾਂ, ਤੁਹਾਡੇ ਸਿੱਖ ਦਾ ਪੁੱਤਰ ਵੀ ਹਾਂ, ਸਤਸੰਗੀ ਵੀ ਹਾਂ ਮਹਾਰਾਜ, ਕੋਈ ਔਗਣ ਨਹੀਂ। ਹੋਰ ਐਬ ਕੀ ਹੁੰਦਾ? ਕੋਈ ਐਬ ਕੱਲਾ ਫੀਮ ਖਾਣੀ ਤਾਂ ਨਹੀਂ ਹੁੰਦਾ, ਕੋਈ ਸਤਨਾਮ, ਕੋਈ ਸੁੱਖਾ ਪੀਣਾ ਤਾਂ ਨਹੀਂ ਐਬ ਹੁੰਦਾ ਕੱਲਾ। ਐਬ ਤਾਂ ਬੰਦੇ ਵਿੱਚ ਕਿੰਨੇ ਹੀ ਹੋ ਸਕਦੇ ਆ, ਜੇ ਹੋ ਜਾਣ ਤਾਂ ਕੋਈ ਸਤਨਾਮ ਸ੍ਰੀ। ਫਸਲ ਦੇ ਵਿੱਚ ਐਬ ਹੋ ਸਕਦੇ ਐ, ਲੇਹਾ ਭਖੜਾ ਹੋਰ ਪਤਾ ਨਹੀਂ ਬਿੱਲੀ ਕੰਨਾ ਕੀ ਕੁਝ ਉਹਦੇ ਵਿੱਚ ਉਗ ਰਿਹਾ ਹੋਣ, ਉਹ ਐਬ ਵੀ ਹੈ ਸਾਰੇ ਫਸਲ ਦੇ। ਤੇ ਮਨੁੱਖ ਦੇ ਵਿੱਚ ਵੀ ਐਬ ਪੈਦਾ ਹੋ ਜਾਂਦੇ ਐ। ਜੇ ਕਿਤੇ ਬੰਦੇ 'ਚ ਐਬ ਨਾ ਹੋਣ ਫਿਰ ਤਾਂ ਹਰ ਕਾ ਸੇਵਕ ਸੋ ਹਰ ਜਿਹਾ ਹੋ ਗਿਆ, ਫਿਰ ਤਾਂ ਹਰੀ ਦਾ ਰੂਪ ਹੋ ਗਿਆ। ਪੁੱਤਰ ਤੈਨੂੰ ਉਦਣ ਕਿਹਾ ਸੀਗਾ ਕੋਈ ਐਬ ਤਾਂ ਨਹੀਂ, ਤੂੰ ਕਿਹਾ ਸੀਗਾ ਜੀ ਮੇਰੇ 'ਚ ਕੋਈ ਐਬ ਨਹੀਂ। ਮੈਂ ਤੈਨੂੰ ਉਦੋਂ ਪੁੱਛਿਆ ਸੀ, ਮੈਨੂੰ ਉਦੋਂ ਨਾ ਦੱਸਿਆ ਤੂੰ।
ਨਿਜ ਸਾਧ ਬਤਾਈ। ਤੂੰ ਵੀ ਆਪਣੇ ਆਪ ਨੂੰ ਬੜਾ ਸਾਫ਼ ਦੱਸਦਾ ਸੀਗਾ, ਵਾਕਿਆ ਹੀ ਮਸੰਦਾਂ ਦੀ ਸੰਗਤ ਕੀਤੀ ਲੱਗਦੀ ਹੈ ਤੇਰੀ ਵੀ। ਗੁਰ ਕਰਤੇ ਮਿਹਨਤ ਵਜੋਂ ਤੋਹਿ ਮਿਲਤ ਕੇ ਨਾਹੀ। ਕੀ ਤੈਨੂੰ ਰਹਿਣ ਵਾਸਤੇ ਰਿਹਾਇਸ਼ ਮਿਲੀ ਆ? ਕਹਿੰਦੇ ਜੀ ਹਾਂ, ਗੁਰੂ ਘਰ ਚੋਂ ਲੰਗਰ ਮਿਲਦਾ ਛਕਣ ਛਕਾਉਣ ਨੂੰ। ਤੇਰੀ ਮਾਂ ਦੀਆਂ ਲੋੜਾਂ ਪੂਰੀਆਂ ਹੁੰਦੀਆਂ, ਖਾਣ ਪੀਣ ਦੀਆਂ, ਕੱਪੜੇ ਬਸਤਰ ਦੀਆਂ, ਕੋਈ ਚੀਜ਼ ਦੀ ਘਾਟ ਤਾਂ ਨਹੀਂ। ਕਹਿੰਦੇ ਨਹੀਂ ਜੀ। ਤੇ ਫਿਰ ਆ ਚੋਰੀ ਕਿਉਂ? ਕੋਈ ਸਤਨਾਮ ਸੀ। ਫਿਰ ਆ ਚੋਰੀ ਕਿਉਂ ਕੀਤੀ ਆ? ਇਹਦਾ ਕੀ ਮਤਲਬ? ਸੁਣ ਸ਼ਰਮਿੰਦਾ ਹੋਏ ਰਿਓ ਬਾਗ ਨਾ ਮੁਖ ਮਾਹੀ। ਫਿਰ ਕੜੇ ਬਣਾਉਣ ਦੀ ਮਿਹਨਤ ਵੀ ਖਜ਼ਾਨਚੀ ਨੂੰ ਕਹਿਤਾ ਵੀ ਇਹਨੂੰ ਲੇਬਰ ਵੀ ਦੇਣੀ ਆ ਕੜੇ ਬਣਾਉਣ ਦੀ। ਕੋਈ ਸਤਨਾਮ ਸੀ। ਭਾਵੇਂ ਖਾਂਦਾ ਗੁਰੂ ਘਰ ਚੋਂ ਹੀ ਆ ਸਭ ਕੁਝ, ਪਰ ਨਾਲ ਇਹਨੂੰ ਮਿਹਨਤਾਨਾ ਵੀ ਦੇ ਦਿਆ ਕਰੋ, ਤੈਨੂੰ ਮਿਹਨਤ ਵੀ ਮਿਲਦੀ ਹੈ। ਫਿਰ ਵਿਚਾਰਾ ਸ਼ਰਮਸ਼ਾਰ ਹੋਇਆ, ਸ਼ਰਮਿੰਦਾ ਹੋਇਆ, ਬੋਲਿਆ ਨਹੀਂ ਜਾਂਦਾ ਜੀ। ਗੁਰੂ ਜੀ ਭਾਨਿਓ ਸਭਨ ਸੁਨਿਓ ਜੱਟ ਪੰਜਾਲੀ ਚੱਕ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜੱਟ ਦੇ ਵਿੱਚ ਵੀ ਔਗਣ ਹੁੰਦਾ, ਗਵਾਂਢੀਆਂ ਦੀ ਪੰਜਾਲੀ ਲੁਕੋ ਲੈਂਦਾ, ਗਵਾਂਢੀਆਂ ਦੀ ਕਹੀ ਲੰਘੋ ਲੈਂਦਾ। ਕੋਈ ਸਤਨਾਮ ਸੀ। ਇਸ ਕਰਕੇ ਮਿੱਤਰਾ, ਜੱਟ ਪੰਜਾਲੀ ਚੱਕ ਅਤੇ ਗੁਰੂ ਕਾ ਹੱਕ ਕਮਾਏ ਕੀ ਸ਼ੱਕ। ਜੱਟ ਜਿਹੜਾ ਹੈ ਉਹ ਦਸਾਂ ਨੋਹਾਂ ਦੀ ਕਿਰਤ ਵੀ ਕਰਦਾ ਹੈ। ਤੜਕੇ ਉੱਠਦਾ, ਪੰਜਾਲੀ ਮੋਢੇ ਤੇ ਰੱਖਦਾ, ਬਲਦ ਹੱਕਦਾ ਹੈ ਤੇ ਜਾ ਕੇ ਮਿਹਨਤ ਕਰਦਾ ਹੈ। ਮਨੁੱਖ ਨੂੰ ਮਿਹਨਤ ਕਰਨੀ ਚਾਹੀਦੀ ਹੈ। ਗੁਰੂ ਕਾ ਹੱਕ ਕਮਾਏ ਕੇ ਸ਼ੱਕ। ਜੇ ਗੁਰੂ ਘਰ ਚੋਂ ਵੀ ਛਕਣਾ ਹੈ ਤਾਂ ਭਾਈ ਭਾਂਡੇ ਮਾਂਜ ਕੇ ਛਕ ਲਿਆ ਕਰੋ। ਕੋ ਸਤਨਾਮ ਸੀ। ਝਾੜੂ ਮਾਰ ਕੇ ਛਕ ਲਿਆ ਕਰੋ। ਗੁਰੂ ਘਰ ਦਾ ਲੰਗਰ ਵੀ ਤਾਂ ਹਜਮ ਹੋਣਾ ਹੈ ਜੇ ਮਾੜੇ ਮੋਟੇ ਕੋਈ ਹੱਥ ਪੱਲਾ ਹਿਲਾ ਲਈਏ। ਕੋ ਸਤਨਾਮ ਸੀ। ਜੇ ਇਕੱਲਿਆਂ ਖਾਣ 'ਤੇ ਬੰਨਿਆ ਹੋਵੇ ਸਰੀਰ ਤੇ ਫਿਰ ਉਹ ਖਰਾਬ ਕਰਦਾ ਹੈ। ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਕੋਲ ਇੱਕ ਮਨੁੱਖ ਹੈ, ਉਹ ਗੁਰੂ ਘਰ ਆ ਜਾਂਦਾ ਸੁਬਾਹ ਹੀ। ਪਹਿਲਾਂ ਸੁਬਾਹ ਲੰਗਰ ਛਕਦਾ, ਫਿਰ ਪੈ ਜਾਂਦਾ ਖਾਲੀ ਜਿਹਾ ਥਾਂ ਦੇਖ ਕੇ ਟਾਹਲੀ ਥੱਲੇ। ਫਿਰ ਦੁਪਹਿਰੇ ਬਣਦਾ, ਫਿਰ ਛਕ ਲੈਂਦਾ, ਸ਼ਾਮ ਨੂੰ ਬਣਦਾ, ਫਿਰ ਛਕ ਲੈਂਦਾ। ਬਾਬਾ ਬੁੱਢਾ ਜੀ ਵਰਗੇ ਸਿੱਖਾਂ ਨੇ ਇਹਨੂੰ ਕਹਿਣਾ ਬਈ ਮਾੜਾ ਮੋਟਾ ਹੱਡ ਭੰਨ ਲਿਆ ਕਰ, ਕੋਈ ਯਾਰ ਲੱਕੜਾਂ ਲੁੱਕੜਾਂ ਲਿਆ ਦਿਆ ਕਰ, ਗੁਰੂ ਘਰ ਦੀ ਸੇਵਾ ਕਰਿਆ ਕਰ, ਤੂੰ 3 ਟਾਈਮ ਲੰਗਰ ਛਕਦਾ। ਉਹ ਕਹਿੰਦਾ ਜੀ ਮੈਂ ਤਾਂ ਕਰੂੰਗਾ ਜੇ ਮੈਨੂੰ ਗੁਰੂ ਸਾਹਿਬ ਕਹਿਣਗੇ। ਹੁਣ ਪ੍ਰਬੰਧਕ ਲਾਏ ਹੋਏ ਆ ਬਾਬਾ ਬੁੱਢਾ ਜੀ ਵਰਗੇ, ਹੁਣ ਉਹੀ ਸਾਰਾ ਪ੍ਰਬੰਧ ਚਲਾਉਂਦੇ ਆ। ਗੁਰੂ ਸਾਹਿਬ ਕਿਹਨੂੰ ਕਿਹਨੂੰ ਕਹਿਣ ਇਕੱਲੇ ਨੂੰ? ਕਹਿੰਦਾ ਮੈਂ ਤਾਂ ਕਰੂੰ ਜੇ ਗੁਰੂ ਸਾਹਿਬ ਕਹਿਣਗੇ। ਕਈ ਮਹੀਨੇ ਟੱਪ ਕੇ ਵਿਹਲੀਆਂ ਖਾਂਦੇ ਤੇ ਇੱਕ ਦਿਨ ਕੁਦਰਤੀ ਗੁਰੂ ਅੰਗਦ ਸਾਹਮਣੇ ਬੈਠਾ ਉਹ ਸਿੱਖ, ਤੇ ਪਾਤਸ਼ਾਹ ਦੇ ਕੋਲ ਸ਼ਿਕਾਇਤਾਂ ਗਈਆਂ ਸੀ ਜੀ ਉਹ ਵਿਹਲੀਆਂ ਖਾਂਦਾ ਬੰਦਾ ਤੇ ਕੰਮ ਕੋਈ ਨਹੀਂ ਕਰਦਾ। ਕਹਿੰਦੇ ਕੋਈ ਗੱਲ ਨਹੀਂ, ਛਕ ਲੈਣ ਦਿਓ। ਇੱਕ ਦਿਨ ਮੂਹਰੇ ਬੈਠਾ ਤੇ ਪਾਤਸ਼ਾਹ ਜੀ ਕਹਿੰਦੇ ਉਹ ਸਿੱਖਾ ਤੂੰ ਕੋਈ ਕੰਮ ਕੁੰਮ ਵੀ ਕਰ ਲਿਆ ਕਰ, 3 ਟਾਈਮ ਲੰਗਰ ਛਕਦਾ, ਛਕ ਕੇ ਸੌਂ ਜਾਂਦਾ, ਫਿਰ ਉੱਠ ਕੇ ਛਕ ਲੈਣਾ, ਫਿਰ ਸੌਂ ਜਾਂਦਾ, ਗੱਲ ਬਣੀ ਕੋਈ? ਕਹਿੰਦਾ ਜੀ ਤੁਸੀਂ ਕਦੇ ਕੰਮ ਕਿਹਾ ਹੀ ਨਹੀਂਗਾ। ਪਾਤਸ਼ਾਹ ਕਹਿੰਦੇ ਜੇ ਮੈਥੋਂ ਪੁੱਛਦਾ ਤੇ ਜਾ ਜੰਗਲਾਂ ਵਿੱਚ ਜਾ ਕੇ ਨਾ ਚੇਖਾ ਬਣਾ ਕੇ ਅੱਗ ਲਾ ਕੇ ਸੜ ਜਾ। ਕਹੋ ਸਤਨਾਮ ਸੀ। ਹੁਣ ਮੋੜਿਆ ਨਾ ਜਾਵੇ ਬਚਨ ਪਾਤਸ਼ਾਹ ਦਾ ਕੀਤਾ ਹੋਇਆ। ਨਿੰਮੋ ਝੂਣਾ ਹੋ ਕੇ ਉੱਥੋਂ ਤੁਰ ਗਿਆ ਜੰਗਲਾਂ ਵਿੱਚ, ਲੱਕੜਾਂ ਇਕੱਠੀਆਂ ਕਰ ਲਈਆਂ, ਢੇਰ ਲਾ ਲਿਆ, ਅੱਗ ਵੀ ਲਾ ਲਈ, ਵਿੱਚ ਛਾਲ ਮਾਰਨ ਨੂੰ ਜੀ ਨਾ ਕਰੇ। ਕਹੋ ਸਤਨਾਮ ਸੀ। ਅੱਗ 'ਚ ਕੌਣ ਬੜੇ ਹੁਣ? ਕੁਦਰਤੀ ਕਿਸੇ ਚੋਰ ਨੇ ਰਾਜੇ ਦੀ ਚੋਰੀ ਕੀਤੀ ਸੀ, ਉਹ ਭੱਜੇ ਆਉਂਦਾ, ਮਗਰ ਬਾਹਰ ਲੱਗੀ ਆ, ਚਿਖਾ ਕੋਲੇ ਆ ਕੇ ਖੜ ਗਿਆ। ਉਹਨੂੰ ਪੁੱਛਦਾ ਭਾਈ ਸਾਹਿਬ ਕੌਣ ਮਰ ਗਿਆ? ਕਹਿੰਦਾ ਯਾਰ ਮਰਿਆ ਤਾਂ ਕੋਈ ਨਹੀਂ, ਫਿਰ ਤੂੰ ਇਕੱਲਾ ਹੀ ਖੜਾ ਇੱਥੇ ਚਿਖਾ ਕੋਲੇ, ਕੀ ਗੱਲ ਹੈ? ਕਹਿੰਦਾ ਗੱਲ ਤਾਂ ਆ ਯਾਰ ਗੁਰੂ ਅੰਗਦ ਦੇਵ ਮਹਾਰਾਜ ਨੇ ਐਸਾ ਬਚਨ ਕਰਤਾ, ਮੈਨੂੰ ਕਹਿੰਦੀ ਚਿਖਾ 'ਚ ਅੱਗ ਬਣਾ ਕੇ ਸੜ ਜਾ। ਕਹਿੰਦੇ ਫਿਰ? ਕਹਿੰਦਾ ਮੈਂ ਤਾਂ ਸੜਿਆ ਨਹੀਂ ਜਾਂਦਾ। ਕਹਿੰਦਾ ਤੂੰ ਐਂ ਕਰ, ਆਹ ਝੋਲਾ ਆਏਗਾ ਮੈਂ ਚੋਰੀ ਕਰਕੇ ਲਿਆਇਆ ਸਮਾਨ ਦਾ, ਇਹ ਤੂੰ ਲੈ ਜਾ ਤੇ ਇਹ ਬਚਨ ਮੈਨੂੰ ਦੇ। ਉਹਨੂੰ ਪਤਾ ਸੀ ਜੇ ਮੈਂ ਫੜਿਆ ਗਿਆ ਤੇ ਕੁੱਟ-ਕੁੱਟ ਕੇ ਉਹਨਾਂ ਨੇ ਮਾਰ ਦੇਣਾ, ਕਿਉਂ ਨਾ ਗੁਰੂ ਦੇ ਬਚਨਾਂ ਤੇ ਮਰ ਜਾਈਏ, ਸ਼ਾਇਦ ਭਲਾ ਹੀ ਹੋ ਜੇ। ਉਹਨੇ ਝੋਲਾ ਫੜ ਲਿਆ ਸਮਾਨ ਵਾਲਾ, ਬੱਲੇ ਬੱਲੇ ਵਾਹ ਵਾਹ ਸ਼ਾਬਾਸ਼ ਦੇਣ ਲੱਗਿਆ ਆਪਣੇ ਆਪ ਨੂੰ, ਤੇ ਪਾਸੇ ਖਿਸਕ ਗਿਆ ਚਿਖਾ ਤੋਂ, ਤੇ ਉਹਨੇ ਲੈਂਦੇ ਨੇ ਛਾਲ ਮਾਰੀ। ਚੋਰ ਤਾਂ ਬਵਾਨਾ ਤੇ ਚੜ੍ਹ ਕੇ ਦੇਵਲੋਕ ਨੂੰ ਗਿਆ ਮਾਤਲੋਕ ਤੋਂ, ਪਰ ਮਗਰੋਂ ਆ ਗਏ ਜਮਦੂਤ ਸਿਪਾਹੀ, ਉਹਨਾਂ ਨੇ ਫੜ ਲਿਆ, ਹੱਥ ਵਿੱਚ ਸਮਾਨ ਵਾਲਾ ਝੋਲਾ ਫੜ ਲਿਆ। ਕਹਿੰਦੇ ਆਹੀ ਚੋਰ ਹੈ, ਦੂਰੋਂ ਤਾਂ ਪਛਾਣ ਨਹੀਂ ਆਉਂਦੀ। ਉਹ ਕਹੇ ਮੈਂ ਚੋਰ ਨਹੀਂ ਹੈਗਾ, ਮੈਂ ਸਿੱਖ ਹਾਂ। ਉਹ ਕਹੇ ਤੂੰ ਚੋਰ ਹੈ, ਤੇਰੇ ਕੋਲੋਂ ਮਾਲ ਬਰਾਮਦ ਹੋ ਗਿਆ, ਚੱਲ। ਰਾਜੇ ਦੇ ਕੋਲ ਲੈ ਗਏ ਫੜ ਕੇ। ਕਹਿੰਦੇ ਰਾਜਾ ਸਾਹਿਬ ਚੋਰ ਫੜ ਲਿਆਂਦਾ। ਕਹਿੰਦੇ ਕਿੱਥੇ ਹੈ? ਕਹਿੰਦੇ ਆਹ ਸੇ ਜੀ। ਕਹਿੰਦੇ ਇਸ ਨੂੰ ਉੱਥੇ ਚੌਂਕ ਦੇ ਵਿਚਾਲੇ ਕਰਕੇ ਫਾਂਸੀ ਦੇ ਕੇ ਮਾਰ ਦਿਓ। ਕੋ ਸਤਨਾਮ ਸੀ, ਤਾਂ ਕਿ ਗਾਹਾਂ ਨੂੰ ਕੋਈ ਚੋਰੀ ਨਾ ਕਰੇ। ਇਸ ਕਰਕੇ
ਗੁਰੂ ਘਰ ਦਾ ਜਿਹੜਾ ਖਾਣਾ ਹੈ ਉਹ ਸੇਵਾ ਸਿਮਰਨ ਕਰਕੇ ਖਾਧਾ ਜਾਵੇ ਤੇ ਪਚ ਜਾਂਦਾ ਹੈ। ਵਿਹਲੀਆਂ ਖਾਣ ਵਾਲਿਆਂ ਨੂੰ ਇਹ ਦੁੱਖ ਦਿੰਦਾ ਹੈ। ਗੁਰੂ ਘਰ ਦੀਆਂ ਰੋਟੀਆਂ ਤਿੰਨੇ ਕੰਮ ਕਰੇਣ, ਮੱਤ ਮਾਰਨ, ਹੱਡ ਭੰਨਣ, ਕੰਮ ਕਰਨਾ ਦੇਣ। ਇਸ ਕਰਕੇ ਗੁਰੂ ਕਿਰਪਾ ਕਰਨ। ਮਨੁੱਖ ਦਾ ਫਰਜ਼ ਹੈ ਗੁਰੂ ਕਾ ਹੱਕ ਕਮਾਏ ਕੇ ਸ਼ੱਕ। ਗੁਰੂ ਦਾ ਦਸਵੰਧ ਗਿੰਦਾ ਰਹੇ, ਗੁਰੂ ਦਾ ਹੱਕ ਕੱਢ ਕੇ ਕਮਾਈ ਕਰ। ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ ਰੱਬ ਦਾ ਰਸਤਾ ਉਹਨਾਂ ਨੂੰ ਲੱਭੂਗਾ ਜਿਹੜੇ ਮਿਹਨਤ ਕਰਕੇ ਗੁਰੂ ਦਾ ਹਿੱਸਾ ਕੱਢ ਕੇ ਔਰ ਉਹ ਹਿੱਸਾ ਕਿਸੇ ਲੋੜਵੰਦਾਂ ਨੂੰ ਦੇ ਕੇ ਫਿਰ ਆਪ ਛਕਣਗੇ ਤਾਂ ਉਹਨਾਂ ਨੂੰ ਜਿਹੜਾ ਹੈ ਚੰਗਾ ਜੀਵਨ ਮਿਲਦਾ ਹੈ। ਸੁਣ ਸਿੱਖ ਨ ਹੋਜਿਓ ਬਹਰਾ, ਸਿੱਖ ਸਕਲ ਤੁਮਾਰੀ। ਤੇ ਉੱਥੇ ਫਿਰ ਜਦੋਂ ਪਾਤਸ਼ਾਹ ਨੇ ਬਚਨ ਕਰਤਾ ਨਾ, ਜੱਟ ਪੰਜਾਲੀ ਚੱਕ। ਮਹਾਰਾਜ ਜੀ ਸਿੱਖ ਤਾਂ ਹੋਰ ਵੀ ਬਹੁਤ ਹੈ, ਇੱਥੇ ਜੱਟ ਦਾ ਨਾਮ ਕਿਉਂ ਲਿਆ ਤੁਸੀਂ? ਜਿਜ ਖਤਰੀ ਬੈਠ ਸੂਦਰ, ਜੀ ਬਰਨ ਜੋ ਚਾਰੇ। ਖੱਤਰੀ, ਬ੍ਰਾਹਮਣ, ਸੂਦ, ਬੈਸ, ਚਾਰ ਤਰ੍ਹਾਂ ਦੇ ਲੋਕ ਤੁਹਾਡੇ ਸਿੱਖ ਹਨ। ਤੁਮਨੇ ਏਕੋ ਜੱਟ ਹੀ ਆਪ ਭਲੇ ਸਲਾਹਿਓ। ਤੇ ਤੁਸੀਂ ਜੱਟ ਦੀ ਬੜੀ ਸਲਾਹਤਾ ਕੀਤੀ ਵੀ ਜੱਟ ਪੰਜਾਲੀ ਚੱਕਦਾ ਹੈ ਤੇ ਮਿਹਨਤ ਕਰਕੇ ਖਾਂਦਾ ਹੈ। ਇੰਗਨ ਦੇਸਨ ਕੀ ਪ੍ਰਭੂ, ਕੀ ਮੁਕਤੀ ਪਹਿਰਾਇਓ। ਪਾਤਸ਼ਾਹ ਇਹਦਾ ਕੀ ਕਾਰਨ ਹੈ? ਜੱਟ ਦੀ ਕਿਉਂ ਸਿਫਤ ਸਲਾਹ ਕੀਤੀ ਆ? ਸਿੱਖ ਤਾਂ ਹੋਰ ਵੀ ਬਹੁਤ ਹੈ। ਜੱਟ ਭੱਟ ਨਟ ਧਨਟ, ਜੀਵ ਮੁਖ ਕੋ ਹਟ ਪਲੈ। ਪਾਤਸ਼ਾਹ ਜੀ ਕਹਿੰਦੇ ਜੱਟ ਤੇ ਭੱਟ ਹੁੰਦਾ ਯੋਧਾ ਸਿਪਾਹੀ, ਤੇ ਨੱਟ ਹੁੰਦਾ ਗੁਰੂ ਪਿਆਰਿਓ ਆ ਬਾਜੀਗਰ, ਜਿਹੜੇ ਬਾਜੀਆਂ ਪਾਉਂਦੇ ਉਹਨਾਂ ਨੂੰ ਮਿਹਨਤ ਕਰਨੀ ਪੈਂਦੀ ਆ। ਤੇ ਇਸੇ ਤਰ੍ਹਾਂ ਹੀ ਜਿਹੜਾ ਧਨਾਟ ਹੁੰਦਾ ਗੁਰੂ ਪਿਆਰਿਓ, ਧਨਾੜ, ਉਹ ਵੀ ਕਹਿੰਦੇ ਆਪਣੀ ਮਾਇਆ ਨੂੰ ਇਕੱਠੀ ਕਰਕੇ ਰੱਖਦਾ ਹੈ। ਇਸ ਕਰਕੇ ਜੱਟ, ਭੱਟ, ਨੱਟ ਤੇ ਧਨਾਟ ਧਣੀ, ਇਹ ਚਾਰੇ ਜਣੇ ਆਪਣੇ ਮੂੰਹ ਦਾ ਹੱਠ ਪਾਲਦੇ ਐ। ਉਹ ਕਿਸੇ ਦੂਸਰੇ ਨੂੰ ਕਹੋ ਤੇ ਨਹੀਂ ਕਹਿੰਦੇ, ਮੂੰਹੋਂ ਕਹਿ ਕੇ ਬਦਲ ਜਾਂਦੇ ਹਨ। ਸੋ ਸਿੱਖੋ ਪਰ ਕਹੀਂ ਪਰ ਨਹੀਂ ਕਰਹਿ, ਕਹਿ ਮੁਕਤੀ ਹਾਲੇ। ਔਰ ਕਿਸੇ ਦਾ ਕਿਹਾ ਮੰਨਦੇ ਨਹੀਂ ਤੇ ਆਪ ਜਿਹੜਾ ਹੈ ਮੂੰਹੋਂ ਕਹਿ ਕੇ ਮੁੱਕਰ ਜਾਂਦੇ ਹਨ। ਇੱਕੋ ਸੁਣਿਓ ਸਿੱਖ ਮਾਮਾ, ਸਿੱਧ ਕੀ ਲਖ ਦੀਨੈ। ਪਰ ਇਹਨਾਂ ਤਿੰਨਾਂ ਦੇ ਵਿੱਚੋਂ ਮੇਰੇ ਸਿੱਖ ਵੀ ਹਨ। ਸਿੱਖੀ ਬਾਣੀ ਤੀਸਰੀ, ਸੰਗਤ ਸਭ ਹੀਨੈ। ਇਹ ਜਿਹੜਾ ਤੀਜਾ ਹਿੱਸਾ ਹੈ ਨਾ, ਇਹ ਸਿੱਖੀ ਮੈਂ ਸਾਰੀ ਸੰਗਤ ਵਿੱਚ ਵੰਡ ਦਿੱਤੇ ਹੈ। ਜੱਟ ਵਣਜਾਰਾ, ਰੋੜਾ ਸਾਰਾ। ਇਸ ਤਰ੍ਹਾਂ ਜੱਟ, ਵਣਜਾਰੇ, ਰੋੜੇ ਇਹ ਪੂਰੇ ਸਿੱਖ ਹਨ। ਦੋ ਸਿੱਖੀ ਦੋ ਹਿੱਸੇ, ਸਿੱਖੀ ਤਿੰਨ ਧਾਰਾ। ਕਹਿਣ ਲੱਗੇ ਇਸ ਤਰ੍ਹਾਂ ਦੋ ਹਿੱਸੇ ਸਿੱਖੀ ਤੋਂ ਇਹਨਾਂ ਨੂੰ ਪ੍ਰਾਪਤ ਹੋਏ ਆ। ਜਿਵੇਂ ਮੱਖਣ ਸ਼ਾਹ ਲਵਾਣਾ ਵਣਜਾਰਾ ਸੀਗਾ, ਲੱਖੀ ਸ਼ਾਹ ਵਣਜਾਰਾ ਉਹ ਵੀ ਗੁਰੂ ਕਾ ਸਿੱਖ ਹੋਇਆ। ਦੇਖੋ ਉਸਨੇ ਮੱਚਦੀ ਅੱਗ ਦੇ ਵਿੱਚ ਗੁਰੂ ਸਾਹਿਬ ਦੇ ਧੜ ਨੂੰ ਸੰਭਾਲਿਆ। ਹੋਰ ਵੀ ਇਦਾਂ ਦੇ ਸਿੱਖ ਹੋਏ। ਕਹਿੰਦੇ ਇਹਨਾਂ ਨੇ ਦੋ ਹਿੱਸੇ ਸਿੱਖੀ ਕਮਾਈ ਹੈ। ਕੀ ਭਾਗ ਸਭ ਮੈਂ ਵਰਤਾਈ। ਇਸ ਤਰ੍ਹਾਂ ਤਿੰਨ ਹਿੱਸੇ ਕਰਕੇ ਸਿੱਖੀ ਦੇ ਦੋ ਹਿੱਸੇ ਇਹਨਾਂ ਨੂੰ ਦਿੱਤੇ, ਇੱਕ ਹਿੱਸਾ ਬਾਕੀ ਸਾਰਿਆਂ ਵਿੱਚ ਵੰਡੀ ਹੈ। ਜਿਹੜਾ ਇਸ ਨੂੰ ਜੀਵਨ ਵਿੱਚ ਧਾਰਨ ਕਰ ਲਵੇਗਾ ਉਹ ਪਾਰ ਹੋ ਜਾਵੇਗਾ। ਹੋਰ ਲੋਕ ਜਿਹੜੇ ਆਪਣੇ ਆਪ ਨੂੰ ਸਿੱਖ ਕਹਾਉਂਦੇ ਹਨ, ਉਹਨਾਂ ਨੇ ਸਿੱਖੀ ਦੇ ਭੇਦ ਨੂੰ ਨਹੀਂ ਸਮਝਿਆ। ਉਹ ਤਾਂ ਬਸ ਲੋਕਾਂ ਦਾ ਸਮਾਨ ਖਾਣ ਵਾਸਤੇ ਹੀ ਸਿੱਖ ਬਣਦੇ ਹਨ। ਆਪਣਾ ਸਵਾਰਥ ਪੂਰਾ ਕਰਨ ਵਾਸਤੇ ਹੀ ਉਹ ਸੰਸਾਰ ਦੇ ਵਿੱਚ ਆਪਣੇ ਆਪ ਨੂੰ ਸਿੱਖੀ ਧਾਰਨ ਕਰਦੇ ਹਨ। ਕਹਾਂ ਕਰੇਗਾ ਸਿੱਖ ਜੀ ਸਿਦਕ ਨਾ ਧਾਰਦਾ। ਉਹ ਕਾਹਦਾ ਸਿੱਖ ਹੈ ਜਿਹੜਾ ਸਿਦਕ ਦੇ ਉੱਤੇ ਪੂਰਾ ਨਹੀਂ ਉਤਰਦਾ। ਕਹਾਂ ਕਰੇਗਾ ਵਣਜ ਜਾਂ ਨਾਹੀਂ ਪਸਾਰਦਾ। ਉਹ ਵਪਾਰੀ ਵੀ ਕਾਹਦਾ ਵਪਾਰੀ ਹੈ ਜਿਹੜਾ ਆਪਣੇ ਵਪਾਰ ਨੂੰ ਵਧਾ ਨਾ ਸਕੇ। ਕਹਾਂ ਕਰੇਗਾ ਵੇਦਾ ਇਹ ਲੋਭ ਨਾ ਹਾਰਦਾ। ਉਹ ਵੈਦ, ਉਹ ਡਾਕਟਰ ਕਾਹਦਾ ਡਾਕਟਰ ਹੈ ਜਿਹੜਾ ਲਾਲਚ ਕਰਦਾ ਤੇ ਮਰੀਜ਼ ਨੂੰ ਸੰਭਾਲਦਾ ਨਹੀਂ ਜੇ ਪੈਸੇ ਜਮ੍ਹਾਂ ਨਾ ਕਰਾਵੇ। ਕੋ ਸਤਨਾਮ ਸ੍ਰੀ
ਉਹ ਕਾਹਦਾ ਵੈਦ ਹੈ? ਪਹਿਲਾਂ ਵੈਦ ਹੁੰਦੇ ਸੀ, ਹੁਣ ਡਾਕਟਰ ਹੈ। ਤੇ ਅੱਜ ਡਾਕਟਰਾਂ ਦੀ ਹਾਲਤ ਆਪਾਂ ਦੇਖ ਰਹੇ ਹਾਂ ਗੁਰੂ ਪਿਆਰਿਓ। ਆ ਕਰੋਨਾ ਨੇ ਤਾਂ ਸਾਰੇ ਡਾਕਟਰਾਂ ਨੂੰ ਹੀ ਲੋਭ ਲਾਲਚ ਦੇ ਵਿੱਚ ਇੰਨਾ ਲਾ ਦਿੱਤਾ। ਤਾਂ ਪਾਤਸ਼ਾਹ ਜੀ ਕਹਿੰਦੇ ਉਹ ਵੈਦ ਵੀ ਕਾਹਦਾ ਵੈਦ ਹੈ ਜੇ ਲਾਲਚ ਛੱਡ ਕੇ ਮਰੀਜ਼ ਨੂੰ ਨਹੀਂ ਸੰਭਾਲਦਾ, ਜੇ ਪੈਸੇ ਦੇ ਲਾਲਚ ਵਿੱਚ ਮਰੀਜ਼ਾਂ ਨੂੰ ਮਾਰ ਦਿੰਦੇ ਆ। ਕਈ ਵਾਰੀ ਖਬਰਾਂ ਆਉਂਦੀਆਂ, ਇੱਕ ਇਸਤਰੀ ਦੇ ਬੱਚਾ ਪੈਦਾ ਹੋਣ ਵਾਲਾ ਸੀ ਤੇ ਹਸਪਤਾਲ ਵਾਲਿਆਂ ਨੇ ਦਾਖਲ ਹੀ ਨਹੀਂ ਕੀਤੀ ਅੰਦਰ। ਕਹਿੰਦੇ ਪਹਿਲਾਂ ਪੈਸੇ ਦਿਓ, ਕਹਿੰਦੇ ਪੈਸੇ ਹੈ ਨਹੀਂ ਸਾਡੇ ਕੋਲ, ਤੁਸੀਂ ਬੱਚੇ ਨੂੰ ਜਨਮ ਦਿਵਾ ਦਿਓ। ਉਸ ਇਸਤਰੀ ਦਾ ਬੱਚਾ ਬਾਹਰ ਗੁਰੂ ਪਿਆਰਿਓ ਹਸਪਤਾਲ ਦੇ ਬਾਹਰ ਦੇ ਵਿੱਚ ਹੀ ਜਨਮ ਲੈ ਲੈਂਦਾ। ਆਪੇ ਕਹੋ ਸਤਨਾਮ ਸ੍ਰੀ। ਕਹਿੰਦੀ ਉਹ ਵੈਦ ਵੀ ਕਾਹਦਾ ਵੈਦ ਹੈ ਜਿਹੜਾ ਲਾਲਚ ਨਹੀਂ ਛੱਡਦਾ। ਜਿਹੜਾ ਵੈਦ ਡਾਕਟਰ ਲਾਲਚ ਕਰਦਾ ਹੈ ਉਹ ਡਾਕਟਰ ਨਹੀਂ ਹੈਗਾ। ਔਰ ਮਨੁੱਖਾ ਜਨਮ ਦਾ ਕੀ ਫਾਇਦਾ ਜੇ ਸਿਮਰਨ ਨਹੀਂ ਕਰਦਾ। ਡਾਕਟਰ ਲਾਲਚੀ ਨਾ ਹੋਵੇ ਤੇ ਮਨੁੱਖਾ ਜਨਮ ਮਿਲਿਆ ਪਰਮੇਸ਼ਰ ਨੂੰ ਮਿਲਣ ਵਾਸਤੇ। ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹੋ ਤੇਰੀ ਬਰੀਆ। ਕੀ ਫਾਇਦਾ ਮਨੁੱਖ ਬਣਨ ਦਾ ਜੇ ਪਰਮੇਸ਼ਰ ਨੂੰ ਯਾਦ ਨਹੀਂ ਕਰਦਾ। ਨਾਨਕ ਸਫਲ ਜਨਮ ਜਾਂ ਨਾਮ ਕਰਤਾਰ। ਇਸ ਕਰਕੇ ਮਨੁੱਖਾ ਜੀਵਨ ਸਫਲ ਕਰੋ ਪਰਮੇਸ਼ਰ ਦਾ ਨਾਮ ਜਪ ਕੇ ਜੀ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਨੇ ਅਨੇਕਾਂ ਤਰ੍ਹਾਂ ਦੀਆਂ ਵਿਚਾਰਾਂ ਸਿੱਖ ਸੰਗਤਾਂ ਨੂੰ ਸੁਣਾਉਣੀਆਂ ਕੀਤੀਆਂ। ਇਹ ਸੁਨਿਆਰ ਦੀ ਘਟਨਾ ਵੀ ਇੱਕ ਸਾਡੇ ਵਾਸਤੇ ਸਬਕ ਹੈ ਕਿ ਮਨੁੱਖ ਦੇ ਵਿੱਚ ਕਿਹੜੇ ਔਗੁਣ ਹੋ ਸਕਦੇ ਹੈ। ਉਹਨਾਂ ਔਗੁਣਾਂ ਤੋਂ ਬਚ ਕੇ ਜੇ ਮਨੁੱਖ ਆਪਣੇ ਗੁਣਾਂ ਨੂੰ ਗ੍ਰਹਿਣ ਕਰਦਾ ਹੈ। ਜੇ ਗੁਣ ਹੋਵਣ ਸਾਜਣਾ ਮਿਲ ਸਾਂਝ ਕਰੀਜੈ, ਸਾਂਝ ਕਰੀਜੈ ਗੁਣੈ ਕੇਰੀ ਛੋੜ ਅਵਗਣ ਚੱਲੀਐ। ਪਹਿਰੇ ਪਟੰਬਰ ਕਰ ਅਡੰਬਰ ਆਪਣਾ ਪਿੜ ਮੱਲੀਐ। ਜਿੱਥੇ ਜਾਏ ਬਹੀਐ ਭਲਾ ਕਹੀਐ ਝੋਲ ਅੰਮ੍ਰਿਤ ਪੀਜੈ। ਗੁਣਾ ਕਹੋਵੇ ਵਾਸਲਾ ਕੱਢ ਵਾਸ ਲੀਜੈ। ਜਿੱਥੇ ਗੁਣ ਹੋਣ ਗੁਣ ਇਕੱਠੇ ਕਰਨੇ ਚਾਹੀਦੇ ਹੈ, ਔਗਣ ਛੱਡਣੇ ਚਾਹੀਦੇ ਹੈ। ਅਗਲੀ ਵਿਚਾਰ ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਬੋਲਦਿਆਂ ਨੇ ਕਾ ਅੱਖਰ ਬਾਅਦ ਘਾਟ ਹੋ ਜਾਂਦੇ। ਗੁਰੂ ਕਿਰਪਾ ਕਰਨ ਇੱਥੇ ਰੋਕਣ ਦੀ ਆਗਿਆ ਬਖਸ਼ੋ। ਸਮਾਪਤੀ ਕਰੀਏ ਜੀ। ਹੇ ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਵਨਾਸ। ਹੇ ਪੂਰਨ ਹੇ ਸਰਬ ਮੈਂ ਗੁਣਦਾਸ। ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ। ਹੇ ਗੋਬਿੰਦ ਹੇ ਗੁਣ ਨਿਧਾਨ। ਹੇ ਅਪਰੰਪਰ ਹਰ ਹਰੇ ਹੈ ਪਿਓਵਨ। ਹੇ ਸੰਤਹਿ ਕੈ ਸਦਾ ਸੰਗ। ਹੇ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਇ। ਨਾਨਕ ਦੀਜੈ ਨਾਮ ਦਾਨ ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ। ਏਕ ਅੱਖਰ ਹਰ ਮਨ ਬਸਤ ਏਕ ਓੰਕਾਰਾ ਸਤਿਗੁਰੂ। ਵਾਹਿਗੁਰੂ ਜੀ ਕੀ ਫਤਿਹ ਹੈ। ਵਾਹਿਗੁਰੂ ਜੀ ਕੀ ਫਤਿਹ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।